ਚੰਡੀਗੜ੍ਹ ਯੂਨੀਵਰਸਿਟੀ ਦਾ ਹਮੇਸ਼ਾ ਇੱਕ ਕੋਸ਼ਿਸ਼ ਰਹੀ ਹੈ ਕਿ ਸਟੂਡੈਂਟ ਨੂੰ ਉਹਦੇ ਕੰਮ ਨੂੰ ਐਕਸਪੋਜ਼ਰ ਮਿਲੇ, ਉਹਦੇ ਕੰਮ ਨੂੰ ਦੁਨੀਆ ਦੇਖੇ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਅੰਡਰਪਾਸ ਦੇ ਵਿੱਚ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੋਸ਼ਿਸ਼ ਕੀਤੀ ਗਈ ਹੈ ਫਾਈਨ ਆਰਟਸ ਡਿਪਾਰਟਮੈਂਟ ਦੇ ਵੱਲੋਂ। ਤੇ ਇਸ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਉਸ ਦੇ ਵਿੱਚ ਖਾਸ ਕਰਕੇ ਤੁਸੀਂ ਵੇਖ ਸਕਦੇ ਹੋ ਸਟੂਡੈਂਟ ਦਾ ਇੰਸਟਾਲੇਸ਼ਨ ਦਾ ਵਰਕ ਹੈਗਾ, ਉਹਨਾਂ ਦਾ ਪੇਂਟਿੰਗ ਵਰਕ ਹੈਗਾ, ਕੋਲਾਜ ਵਰਕ ਹੈਗਾ, ਫੋਟੋਗ੍ਰਾਫੀ ਹੈਗੀ ਹੈ। ਲਲਿਤ ਕਲਾ ਅਕਾਦਮੀ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ। ਆਪਣੇ ਆਪ ਵਿੱਚ ਇੱਕ ਸਟੂਡੈਂਟ ਦੇ ਲਈ ਸਿਰਫ ਇੱਕ ਡਿਗਰੀ ਹਾਸਿਲ ਕਰ ਲੈਣਾ, ਉਸ ਚੀਜ਼ ਨੂੰ ਥਿਓਰੀਟਿਕਲੀ ਪੜ੍ਹ ਲੈਣਾ ਉਨਾ ਕਾਫੀ ਨਹੀਂ ਹੈ। ਔਰ ਇਹ ਖੇਤਰ ਤਾਂ ਅਜਿਹਾ ਹੈ ਕਲਾ ਦਾ ਖੇਤਰ ਜਿਸ ਦੇ ਵਿੱਚ ਜਿੰਨਾ ਉਸ ਦੀ ਕਲਾ ਨੂੰ ਦੁਨੀਆ ਦੇਖੇਗੀ, ਜਿੰਨੀ ਉਸ ਦੀ ਇਹ ਕਹਿ ਲਿਆ ਜਾਵੇ ਕਿ ਉਸ ਦੇ ਬਾਰੇ ਗੱਲਬਾਤ ਹੋਵੇਗੀ, ਉਸ ਦੇ ਵਿੱਚ ਗੱਲਬਾਤ ਦੇ ਵਿੱਚ ਉਸ ਦਾ ਕ੍ਰਿਟਿਸਿਜ਼ਮ ਵੀ ਹੋ ਸਕਦਾ, ਉਸ ਦੀ ਸ਼ਲਾਘਾ ਵੀ ਹੋ ਸਕਦੀ ਹੈ ਤੇ ਦੋਵੇਂ ਚੀਜ਼ਾਂ ਉਹਨੂੰ ਹੋਰ ਨਿਖਾਰਦੀਆਂ ਨੇ। हमने रिफ्लेक्शन ऑफ आर्ट दिखाया है। समटाइम्स वी कैन से दैट मिरर में हम अपनी रिफ्लेक्शन देख सकते हैं, बट इन दिस वी कैन से हम अपनी रिफ्लेक्शन नहीं देखना चाहते। दैट्स व्हाई मिरर इज इन द बॉटम। एक ह्यूमन है जिसने अपने आप को ही ट्रैप किया हुआ है अपनी नेक से। उसके पास फ्लावर्स है बट वो देख नहीं रहा है कि वो फ्लावर्स सड़ चुके हैं बट वो हैप्पी है अपने थॉट्स में। उसको लग रहा है मेरे थॉट बहुत सुंदर है, बट हम देख पा रहे हैं वो ख़राब है। हम उसको एक्सप्लेन भी नहीं कर सकते क्योंकि वो समझेगा नहीं। सो कैसे हम अपने आप को अपने ही थॉट्स में एक लूप की तरह फंसा लेते हैं और खुद को देख नहीं पाते। सो दिस इज द रिफ्लेक्शन ऑफ आर्ट। इस इंस्टॉलेशन का मेन पर्पस ये है कि इसमें जो सितार है वो हमारे पैशंस को सिंबलाइज कर रही है। जो पैशंस हम बचपन से हमारे अंदर होते हैं, हर इंसान के अंदर होते हैं। किसी को सिंगिंग का होता है, किसी को पेंटिंग का होता है, किसी को किसी गेम का होता है या वटेवर, जो भी हमारे पैशंस होते हैं बचपन से, और हम उनको आगे कैरी फॉरवर्ड नहीं कर पाते लाइफ में। तो ये उसी चीज़ को रिप्रेजेंट कर रहा है कि एक सितार उसके ऊपर जो हमारे पैशंस को रिप्रेजेंट कर रही है, उसके ऊपर चेन बंधा हुआ है और ताले लगे हुए हैं कि हमारे लिए ताले लग जाते हैं उस पैशन पे। जो हम चीज़ें घर पे जैसे पुरानी चीज़ें होती हैं जो हमारे घर पे पड़ी होती हैं पर हम उनको फेंकते भी नहीं हैं और हम उनको संभाल के भी रखते हैं, तो उस चीज़ को हमने दिखाने की कोशिश की है इसके ज़रिए। ज़्यादातर तो हमारे घर की फ़ोटो है जो हमने अभी तक तोड़ा नहीं है। वो 100 साल से ज़्यादा पुराना होगा, लाइक ये वाली, वो हमने अभी तक संभाल के रखा है कि हमारे दादा परदादा जी वहाँ पे रहे हैं। हम दोनों ही एज एन आर्टिस्ट भी हम टेक्सचर से देखते हैं कि कहाँ के मतलब ये अलग लग रहा है क्या चीज़, तो हमको टेक्सचर्स उस पर बनाने थे जिसका कोई मीनिंग हो, किस चीज़ से किसी चीज़ से रिलेट करें। तो हमको मेमोरीज से दिमाग में आया कि हम मेमोरीज पे उसको क्रिएट कर सकते हैं। चंडीगढ़ यूनिवर्सिटी का रीजनल इंचार्ज गगन सर साडे नाल मौजूद ने। सर जो सैक्टर 17 जो शुरुआत की गई है बेसिकली किस चीज़ तो? ਦੇਖੋ ਚੰਡੀਗੜ੍ਹ ਯੂਨੀਵਰਸਿਟੀ ਦਾ ਹਮੇਸ਼ਾ ਇੱਕ ਕੋਸ਼ਿਸ਼ ਰਹੀ ਹੈ ਕਿ ਸਟੂਡੈਂਟ ਨੂੰ ਉਹਦੇ ਕੰਮ ਨੂੰ ਐਕਸਪੋਜ਼ਰ ਮਿਲੇ, ਉਹਦੇ ਕੰਮ ਨੂੰ ਦੁਨੀਆ ਦੇਖੇ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਅੰਡਰਪਾਸ ਦੇ ਵਿੱਚ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੋਸ਼ਿਸ਼ ਕੀਤੀ ਗਈ ਹੈ ਫਾਈਨ ਆਰਟਸ ਡਿਪਾਰਟਮੈਂਟ ਦੇ ਵੱਲੋਂ। ਇਹ ਆਪਣੇ ਆਪ ਵਿੱਚ ਇੱਕ ਵੱਖਰੀ ਇਸ ਨੂੰ ਕਿਹਾ ਜਾਵੇ ਕਿ ਕੋਸ਼ਿਸ਼ ਹੈ ਜਿਹੜੀ ਲਗਾਤਾਰ ਅਸੀਂ ਕਰਦੇ ਆਏ। ਇਸ ਤੋਂ ਪਹਿਲਾਂ ਵੀ ਡਿਪਾਰਟਮੈਂਟ ਇਸ ਤਰੀਕੇ ਦੇ ਉਪਰਾਲੇ ਕਰਦਾ ਰਿਹਾ ਤੇ ਇਸ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਉਸ ਦੇ ਵਿੱਚ ਖਾਸ ਕਰਕੇ ਤੁਸੀਂ ਵੇਖ ਸਕਦੇ ਹੋ ਸਟੂਡੈਂਟ ਦਾ ਇੰਸਟਾਲੇਸ਼ਨ ਦਾ ਵਰਕ ਹੈਗਾ, ਉਹਨਾਂ ਦਾ ਪੇਂਟਿੰਗ ਵਰਕ ਹੈਗਾ, ਕੋਲਾਜ ਵਰਕ ਹੈਗਾ, ਫੋਟੋਗ੍ਰਾਫੀ ਹੈਗੀ ਹੈ। ਹਰੇਕ ਆਰਟ ਦੇ ਤੁਸੀਂ ਦੇਖੋਗੇ ਜਿਹੜੇ ਸਟੂਡੈਂਟਸ ਨੇ ਜਿਹੜਾ ਕੰਮ ਕੀਤਾ, ਵਿਦਿਆਰਥੀਆਂ ਨੇ ਜਿਹੜੇ ਫੋਟੋਆਂ ਕਲਿੱਕ ਕੀਤੀਆਂ, ਉਹਨਾਂ ਨੇ ਜਿਹੜੇ ਇੰਸਟਾਲੇਸ਼ਨਸ ਲਗਾਏ, ਉਹਨਾਂ ਨੇ ਜਿਹੜੇ ਕੋਲਾਜ ਬਣਾਏ, ਉਹਨਾਂ ਨੇ ਜਿਹੜੇ ਡਿਜ਼ਾਈਨ ਤਿਆਰ ਕੀਤੇ, ਉਹਨਾਂ ਨੂੰ ਇੱਥੇ ਸ਼ੋਕੇਸ ਕੀਤਾ ਗਿਆ ਔਰ ਲਲਿਤ ਕਲਾ ਅਕਾਦਮੀ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ। ਆਪਣੇ ਆਪ ਵਿੱਚ ਇੱਕ ਸਟੂਡੈਂਟ ਦੇ ਲਈ ਸਿਰਫ ਇੱਕ ਡਿਗਰੀ ਹਾਸਿਲ ਕਰ ਲੈਣਾ, ਉਸ ਚੀਜ਼ ਨੂੰ ਥਿਓਰੀਟਿਕਲੀ ਪੜ੍ਹ ਲੈਣਾ ਉਨਾ ਕਾਫੀ ਨਹੀਂ ਹੈ। ਔਰ ਇਹ ਖੇਤਰ ਤਾਂ ਅਜਿਹਾ ਹੈ ਕਲਾ ਦਾ ਖੇਤਰ ਜਿਸ ਦੇ ਵਿੱਚ ਜਿੰਨਾ ਉਸ ਦੀ ਕਲਾ ਨੂੰ ਦੁਨੀਆ ਦੇਖੇਗੀ, ਜਿੰਨੀ ਉਸ ਦੀ ਇਹ ਕਹਿ ਲਿਆ ਜਾਵੇ ਕਿ ਉਸ ਦੇ ਬਾਰੇ ਗੱਲਬਾਤ ਹੋਵੇਗੀ, ਉਸ ਦੇ ਵਿੱਚ ਗੱਲਬਾਤ ਦੇ ਵਿੱਚ ਉਸ ਦਾ ਕ੍ਰਿਟਿਸਿਜ਼ਮ ਵੀ ਹੋ ਸਕਦਾ, ਉਸ ਦੀ ਸ਼ਲਾਘਾ ਵੀ ਹੋ ਸਕਦੀ ਹੈ ਤੇ ਦੋਵੇਂ ਚੀਜ਼ਾਂ ਉਹਨੂੰ ਹੋਰ ਨਿਖਾਰਦੀਆਂ ਨੇ, ਕਿਸੇ ਵੀ ਕਲਾਕਾਰ ਨੂੰ ਨਿਖਾਰਦੀਆਂ ਨੇ। ਜੇ ਕ੍ਰਿਟਿਸਿਜ਼ਮ ਹੋਏਗਾ ਤਾਂ ਵੀ ਨਿਖਰੇਗਾ, ਸ਼ਲਾਘਾ ਹੋਏਗੀ ਤਾਂ ਉਹਨੂੰ ਹੋਰ ਜ਼ਿਆਦਾ ਬਿਹਤਰ ਕਰਨ ਦੀ ਇੱਕ ਅੰਦਰ ਇਹ ਕਹਿ ਲਿਆ ਜਾਵੇ ਕਿ ਤਾਂਘ ਲੱਗੇਗੀ ਉਹਨੂੰ, ਮੈਂ ਹੋਰ ਬਿਹਤਰ ਕਰਾਂ, ਹੋਰ ਸੋਹਣਾ ਕੁਝ ਬਣਾ ਕੇ ਲੈ ਕੇ ਆਵਾਂ। ਸੋ ਇਹ ਕੋਸ਼ਿਸ਼ ਹੈਗੀ ਹੈ ਔਰ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਲਗਾਤਾਰ ਸਾਡੇ ਸਟੂਡੈਂਟਸ ਲਈ ਤਾਂ ਇਹ ਕੋਸ਼ਿਸ਼ ਇਹੀ ਹੈ, ਭਾਵੇਂ ਉਹ ਫਾਈਨ ਆਰਟਸ ਦੇ ਸਟੂਡੈਂਟ ਹੋਣ, ਭਾਵੇਂ ਉਹ ਸਾਡੇ ਮੀਡੀਆ ਸਟੱਡੀਜ਼ ਦੇ ਸਟੂਡੈਂਟ ਹੋਣ, ਕਿ ਉਹਨਾਂ ਨੂੰ ਪ੍ਰੈਕਟੀਕਲ ਐਕਸਪੋਜ਼ਰ ਜਿਹੜਾ ਹੈਗਾ ਉਹ ਦਿੱਤਾ ਜਾਵੇ। ਉਸੇ ਦੀ ਇੱਕ ਕੋਸ਼ਿਸ਼ ਹੈ। ਕਿਵੇਂ ਦੇ ਦੋ ਜਦੋਂ ਕੋਈ ਬੱਚਾ ਜਿਹੜਾ ਹੈ ਜਾਂ ਫਸਟ ਟਾਈਮ ਜਦੋਂ ਕੋਈ ਚੀਜ਼ ਆਰਟ ਬਣਾ ਕੇ ਲੈ ਕੇ ਆਉਂਦਾ, ਇੱਕ ਹੁੰਦਾ ਪ੍ਰੇਜ਼ ਕਰਨਾ, ਦੂਸਰਾ ਹੁੰਦਾ ਵੀ ਕਦੇ ਮਨ ਚ ਆਉਂਦਾ ਵੀ ਯਾਰ ਹਾਂ ਇਹ ਸੱਚੀ ਨੇ ਫਸਟ ਟਾਈਮ ਜਿਹਨੇ ਇੰਨੀ ਵੀ ਕ੍ਰੀਏਟੀਵਿਟੀ ਬਣਾਤੀ ਚੀਜ਼
ਬਹੁਤ ਵਾਰ ਅਜਿਹਾ ਹੁੰਦਾ। ਹਾਲ ਫਿਲਹਾਲ ਦੇ ਵਿੱਚ ਮੈਨੂੰ ਯੂਨੀਵਰਸਿਟੀ ਦੇ ਅੰਦਰ ਅਸੀਂ ਸਟੂਡੈਂਟ ਦੇ ਕਈ ਕੰਪੀਟੀਸ਼ਨਸ ਆਰਗੇਨਾਈਜ਼ ਕਰਦੇ ਹਾਂ। ਹਾਲ ਫਿਲਹਾਲ ਦੇ ਵਿੱਚ ਇੱਕ ਕੰਪੀਟੀਸ਼ਨ ਦੇ ਵਿੱਚ ਅਸੀਂ ਬੱਚਿਆਂ ਤੋਂ ਕੁਝ ਪੇਂਟਿੰਗਸ ਵਗੈਰਾ ਫਾਈਨ ਆਰਟਸ ਡਿਪਾਰਟਮੈਂਟ ਨੇ ਬਣਵਾਈਆਂ, ਕੁਝ ਪੋਸਟਰਸ ਬਣਵਾਏ ਸੀਗੇ ਔਰ ਕੁਝ ਰੰਗੋਲੀ ਕੰਪੀਟੀਸ਼ਨਸ ਹੋਏ ਸੀਗੇ। ਮੈਂ ਪਿਛਲੀ ਗੱਲ ਕਰ ਰਿਹਾ, ਕੁਝ ਦੇ ਆਈਡੀਆਜ਼ ਪਹਿਲੀ ਨਜ਼ਰੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਐਜ਼ ਐਡੀਸ਼ਨਲ ਡਾਇਰੈਕਟਰ ਮੀਡੀਆ ਸਟੱਡੀਜ਼। ਮੈਂ ਉੱਥੇ ਗਿਆ ਇਸ ਜਜਮੈਂਟ ਦੇ ਲਈ ਕਿ ਕਿਹੜੇ ਸਟੂਡੈਂਟ ਨੇ ਬਿਹਤਰ ਕੀਤਾ। ਰੰਗੋਲੀ ਉਸ ਤੋਂ ਪਹਿਲਾਂ ਅਸੀਂ ਵੀ, ਕਿਉਂਕਿ ਕਈ ਥਾਵਾਂ ਤੇ ਘੁੰਮ ਕੇ ਦੇਖੀਆਂ ਨੇ ਕਿਸ ਤਰੀਕੇ ਦੇ ਆਰਟਿਸਟ ਕੰਮ ਕਰਦੇ ਨੇ, ਜਾਂ ਪੋਸਟਰਸ ਅਸੀਂ ਵੀ ਦੇਖੇ ਨੇ, ਪਰ ਫਸਟ ਸਮੈਸਟਰ ਦੇ ਸਟੂਡੈਂਟ ਦਾ ਵਾਕਈ ਕੰਮ ਕਈ ਥਾਂ ਤੇ ਅਜਿਹਾ ਸੀਗਾ ਜਿਸ ਨੂੰ ਦੇਖ ਕੇ ਅਸੀਂ ਕਿਹਾ ਕਿ ਇਹ ਬਹੁਤ ਅੱਗੇ ਤੱਕ ਜਾਣ ਵਾਲਾ ਕੰਮ। ਇਹ ਇੱਥੇ ਇਨੀਸ਼ੀਅਲ ਇਹ ਸਾਨੂੰ ਮਤਲਬ ਇੱਕ ਇਹ ਕਹਿ ਲਿਆ ਜਾਵੇ ਕਿ ਹੀਰਾ ਮਿਲਿਆ, ਜਿਹਨੂੰ ਥੋੜਾ ਜਿਹਾ ਹੋਰ ਪੋਲਿਸ਼ ਕਰਾਂਗੇ ਤਾਂ ਇਹਦੀ ਚਮਕ ਪੂਰੀ ਦੁਨੀਆ ਦੇਖੇਗੀ। ਅਜਿਹੇ ਕਈ ਸਟੂਡੈਂਟ ਆਉਂਦੇ ਨੇ, ਸਾਰੇ ਅਜਿਹੇ ਨਹੀਂ ਹੁੰਦੇ, ਪਰ ਇਹ ਵੀ ਉਨਾ ਹੀ ਸੱਚ ਹੈ ਕਿ ਪੂਰੀ ਦੀ ਪੂਰੀ ਕਲਾਸ ਕਿਸੇ ਵੀ ਸਬਜੈਕਟ ਦੇ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਜੇ ਮੈਥਸ ਦਾ ਸਬਜੈਕਟ ਹੈਗਾ ਤਾਂ ਉੱਥੇ ਸਾਰੇ 100 ਨੰਬਰ ਵਾਲੇ ਨਹੀਂ ਹੋਣਗੇ, ਉੱਥੇ ਕੋਈ 20 ਵਾਲਾ ਵੀ ਹੋਏਗਾ, 30 ਵਾਲਾ ਵੀ ਹੋਏਗਾ, ਕੋਈ 90 ਵਾਲਾ ਵੀ ਹੋਏਗਾ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ 20-30 ਵਾਲਾ ਜਿਹੜਾ ਹੈਗਾ ਉਹਨੂੰ 90 ਵਾਲੇ ਦੇ ਨਾਲ ਰਲਾ ਕੇ ਉਹਨੂੰ ਘੱਟੋ ਘੱਟ 60-70 ਤੇ ਲੈ ਕੇ ਆਈਏ। ਫਿਰ ਉਸ ਦਾ ਕੰਮ ਜਿਹੜਾ ਹੈਗਾ ਉਹ ਜਦੋਂ ਨਾਲ ਦੇ ਗਰੁੱਪ ਤੋਂ ਪੜ੍ਹਦਾ ਹੈ, ਨਾਲ ਦੇ ਵਿਦਿਆਰਥੀਆਂ ਤੋਂ ਸਿੱਖਦਾ ਹੈ। ਟੀਚਰ ਦਾ ਸਿਖਾਉਣਾ ਇੱਕ ਵੱਖਰੀ ਗੱਲ ਹੈ, ਜਿਹੜਾ ਉਹ ਆਪਣੇ ਨਾਲ ਦੇ ਯਾਰ ਦੋਸਤਾਂ ਤੋਂ ਸਿੱਖਦਾ ਹੈ ਉਹ ਇੱਕ ਵੱਖਰੀ ਗੱਲ ਹੈ। ਉਹ ਜ਼ਿਆਦਾ ਸੌਖੇ ਤਰੀਕੇ ਸਿੱਖਦਾ ਹੈ। ਸਾਡੀ ਜਿਹੜੀ ਨੈਸ਼ਨਲ ਐਜੂਕੇਸ਼ਨਲ ਪਾਲਿਸੀ ਹੈਗੀ ਹੈ NEP, ਉਹ ਇਹਦੇ ਬਾਰੇ ਗੱਲ ਕਰਦੀ ਹੈ ਕਿ ਤੁਹਾਡਾ ਪੀਅਰ ਮੈਂਟੋਰ ਹੋਣਾ ਚਾਹੀਦਾ ਹੈ। ਪੀਅਰ ਮੈਂਟੋਰਸ਼ਿਪ ਚੰਡੀਗੜ੍ਹ ਯੂਨੀਵਰਸਿਟੀ ਨੇ ਅਡਾਪਟ ਕੀਤੀ ਹੋਈ। ਸਟੂਡੈਂਟਸ ਨੂੰ ਅਸੀਂ ਜਿਹੜਾ ਬਿਹਤਰ ਸਟੂਡੈਂਟ ਹੈ ਉਹਨੂੰ ਕਹਿੰਦੇ ਕਿ ਤੁਸੀਂ ਨਾਲ ਦੇ ਸਟੂਡੈਂਟ ਨੂੰ ਆਪਣਾ ਕੰਮ ਕਰਨਾ ਸਿਖਾਓ। ਇੱਥੇ ਵੀ ਦੇਖੋਗੇ ਤੁਸੀਂ ਕਿ ਮੀਡੀਆ ਸਟੱਡੀਜ਼ ਦੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਅਸੀਂ ਪ੍ਰੈਕਟੀਕਲ ਐਕਸਪੋਜ਼ਰ ਲਈ ਇੱਥੇ ਲੈ ਕੇ ਆਏ ਹਾਂ। ਉਹ ਇਹਨੂੰ ਕਵਰ ਕਰ ਰਹੇ ਨੇ। ਛੋਟਾ ਗਰੁੱਪ ਹੈ, ਛੋਟਾ ਗਰੁੱਪ ਇਸ ਕਰਕੇ ਕਿ ਕਵਰ ਇੱਕ ਤਰੀਕੇ ਨਾਲ ਕਰੇ, ਬਿਹਤਰ ਤਰੀਕੇ ਨਾਲ ਕਰੇ ਔਰ ਇਸ ਦੇ ਜਿਹੜੇ ਮੂਮੈਂਟਸ ਨੇ ਉਹਨਾਂ ਨੂੰ ਕੈਪਚਰ ਕਰੇ। ਸੋ ਮੇਨ ਸਾਡਾ ਮੋਟਿਵ ਇਹੀ ਹੈ ਕਿ ਸਿਰਫ ਡਿਗਰੀ ਤੱਕ ਨਹੀਂ, ਸਿਰਫ ਕਿਤਾਬੀ ਗਿਆਨ ਨਹੀਂ, ਉਹਦਾ ਪ੍ਰੈਕਟੀਕਲ ਐਕਸਪੋਜ਼ਰ ਹੋਵੇ ਔਰ ਪ੍ਰੈਕਟੀਕਲ ਐਕਸਪੋਜ਼ਰ ਉਹਦਾ ਦੁਨੀਆ ਦੇਖੇ। ਉਸ ਨੂੰ ਇਹ ਪਤਾ ਲੱਗੇ ਕਿ ਹਾਂ ਮੈਂ ਸਹੀ ਥਾਂ ਤੇ ਸਹੀ ਕੰਮ ਸਿੱਖ ਰਿਹਾ, ਸਹੀ ਲੋਕਾਂ ਦੇ ਨਾਲ ਸਿੱਖ ਰਿਹਾ, ਮੇਰੇ ਜਿਹੜੇ ਅਧਿਆਪਕ ਨੇ ਉਹ ਸਹੀ ਸਿਖਾ ਰਹੇ ਨੇ ਔਰ ਉਹ ਮੈਨੂੰ ਸਹੀ ਦਿਸ਼ਾ ਦੇ ਰਹੇ ਨੇ। ਇਹ ਤਾਂ ਗੱਲ ਨਹੀਂ ਬੱਚਿਆਂ ਦੀ। ਗਗਨ ਸਰ ਨੂੰ ਕਿੰਨਾ ਕੁ ਆਰਟ ਪਸੰਦ ਹੈ ਵੈਸੇ? ਮੈਂ ਦੇਖੋ, ਮੈਂ ਜੇ ਪਰਸਨਲੀ ਗੱਲ ਕਰਾਂ, ਮੇਰੀ ਬੇਟੀ ਹੈਗੀ ਹੈ, ਉਹ ਖੁਦ ਆਰਟਸ ਦੇ ਵਿੱਚ ਕਾਫੀ, ਉਹਦਾ ਆਰਟ ਐਂਡ ਕਰਾਫਟ ਦੇ ਵਿੱਚ ਕਾਫੀ ਇੰਟਰਸਟ ਹੈਗਾ। ਅਜੇ ਉਹ 10th ਕਲਾਸ ਦੇ ਵਿੱਚ ਹੈ। ਹਾਲ ਫਿਲਹਾਲ ਦੇ ਵਿੱਚ ਇੱਕ ਮੀਡੀਆ ਅਦਾਰੇ ਵੱਲੋਂ ਇੱਕ ਕੰਪੀਟੀਸ਼ਨ ਕਰਾਇਆ ਗਿਆ ਸੀ ਕਰਗਿਲ ਨੂੰ ਲੈ ਕੇ। ਸ਼ੀ ਗੋਟ ਫਸਟ ਪ੍ਰਾਈਜ਼ ਐਟ ਡਿਸਟ੍ਰਿਕਟ ਲੈਵਲ। ਉਹਦਾ ਇਹ ਫਸਟ ਅਟੈਂਪਟ ਸੀਗਾ ਜਿੱਥੇ ਉਹਨੇ ਪੋਸਟਰ ਆਪ ਬਣਾਇਆ। ਸੋ ਮੈਂ ਉਸ ਮਾਹੌਲ ਨੂੰ ਰੋਜ਼ ਦੇਖਦਾ ਕਿ ਰੰਗਾਂ ਦੇ ਨਾਲ ਕਿਵੇਂ ਕਲਾਕਾਰੀ ਹੁੰਦੀ ਔਰ ਕਲਾਕਾਰੀ ਦੇਖੋ ਹੈ ਕੀ ਹੈ। ਕਲਾਕਾਰੀ ਨੂੰ ਜੇ ਤੁਸੀਂ ਸਮਝੋਗੇ, ਕੋਈ ਵੀ ਕਲਾਕਾਰ ਹੈ, ਮਿਊਜ਼ਿਕ ਦਾ ਕੋਈ ਮਿਊਜ਼ੀਸ਼ੀਅਨ ਹੈਗਾ, ਸਿੰਗਰ ਹੈਗਾ, ਗੀਤ ਲਿਖਣ ਵਾਲਾ ਹੈਗਾ, ਪੇਂਟਿੰਗ ਬਣਾਉਣ ਵਾਲਾ ਹੈ, ਪਿਕਚਰ ਕਲਿੱਕ ਕਰਨ ਵਾਲਾ ਹੈ ਜਾਂ ਕੋਈ ਇੰਸਟਾਲੇਸ਼ਨ ਕਰਨ ਵਾਲਾ ਹੈ, ਹਰੇਕ ਕਲਾਕਾਰ ਕੁਝ ਨਾ ਕੁਝ ਕਮਿਊਨੀਕੇਟ ਕਰਦਾ ਹੈ। ਸੋ ਕਮਿਊਨੀਕੇਸ਼ਨ ਮੇਰੇ ਸਬਜੈਕਟ ਦੇ ਨਾਲ ਜੁੜਿਆ ਹੈ। ਸੋ ਕਮਿਊਨੀਕੇਸ਼ਨ ਦਾ ਦਾਇਰਾ ਜਿਹੜਾ ਹੈਗਾ ਉਹ ਬਹੁਤ ਵੱਡਾ ਹੈ। ਅਸੀਂ ਸਿਰਫ ਟੀਵੀ, ਰੇਡੀਓ ਜਾਂ ਡਿਜੀਟਲ ਤੱਕ ਕਮਿਊਨੀਕੇਸ਼ਨ ਨਹੀਂ ਮੰਨਦੇ, ਅਸੀਂ ਉਸ ਕਮਿਊਨੀਕੇਸ਼ਨ ਦਾ ਦਾਇਰਾ ਬਹੁਤ ਵੱਡਾ ਮੰਨਦੇ ਹਾਂ। ਪ੍ਰੈਕਟੀਕਲ ਜ਼ਿਆਦਾ ਪ੍ਰੈਕਟੀਕਲ ਕਮਿਊਨੀਕੇਸ਼ਨ ਹੈ। ਇੱਥੇ ਦੇਖ ਕੇ ਹੁਣ ਹੋ ਸਕਦਾ ਹੈ ਇਸ ਕਮਿਊਨੀਕੇਸ਼ਨ ਦੇ ਵਿੱਚ ਕਲਾਕਾਰ ਜਿਹੜਾ ਹੈ ਉਹਨੇ ਕੁਝ ਹੋਰ ਕਹਿਣਾ ਚਾਹਿਆ ਹੋਵੇ, ਮੇਰੀ ਪਰਸੈਪਸ਼ਨ ਕੁਝ ਹੋਰ ਹੋ ਸਕਦੀ ਹੈ ਉਸੇ ਚੀਜ਼ ਨੂੰ ਲੈ ਕੇ, ਪਰ ਅੱਛਾ ਤੁਹਾਡੀ ਪਰਸੈਪਸ਼ਨ ਕੁਝ ਹੋਰ ਹੋ ਸਕਦੀ ਹੈ। ਹਰ ਕੋਈ ਉਸ ਨੂੰ ਆਪਣੇ ਨਜ਼ਰੀਏ ਨਾਲ ਵੇਖੇਗਾ, ਪਰ ਜਿਹੜੇ ਕਲਾਕਾਰ ਨੇ ਕਮਿਊਨੀਕੇਟ ਕਰਨਾ ਸੀ ਉਹ ਕਮਿਊਨੀਕੇਟ ਕਰ ਚੁੱਕਾ ਹੈ। ਉਹਨੇ ਆਪਣਾ ਕੰਮ ਦਿਖਾ ਦਿੱਤਾ ਹੈ ਕਿ ਮੈਂ ਇਹ ਬਣਾਇਆ। ਲੈਟ ਪੀਪਲ ਸਪੀਕ, ਲੋਕ ਸੋਚਣ, ਲੋਕ ਦੇਖਣ, ਲੋਕ ਇਹਦੇ ਬਾਰੇ ਗੱਲ ਕਰਨ। ਵੈਸੇ ਲਾਸਟ ਵਿੱਚ ਇਹ ਜਿਹੜਾ ਇਵੈਂਟ ਹੋ ਰਿਹਾ, ਕਿੰਨੇ ਤੋਂ ਕਿੰਨੇ ਦਿਨ ਤੱਕ ਟਾਈਮਿੰਗ ਇਹਦੀ ਕਿੰਨੀ? ਇਹ ਅਗਲੇ 3 ਦਿਨਾਂ ਤੱਕ ਮੋਸਟ ਪ੍ਰੋਬਬਲੀ ਹੈਗਾ, ਇੱਥੇ ਐਗਜ਼ੀਬਿਸ਼ਨ ਰਹੇਗੀ ਔਰ ਮਾਰਨਿੰਗ ਤੋਂ ਲੈ ਕੇ ਇਵਨਿੰਗ ਤੱਕ ਦੇ ਟਾਈਮਿੰਗ ਹੈਗੇ। ਐਗਜ਼ੈਕਟ ਟਾਈਮਿੰਗ ਜਿਹੜੇ ਹੈਗੇ ਇਵਨਿੰਗ ਸ਼ਾਇਦ 6 ਵਜੇ ਤੱਕ ਇੱਥੇ ਇੰਸਟਾਲ ਰਹੇਗਾ ਸਾਰਾ। ਮਾਰਨਿੰਗ 10 AM ਸ਼ਾਇਦ ਓਪਨ ਹੋਏਗਾ। ਐਗਜ਼ੈਕਟ ਟਾਈਮਿੰਗ ਜਿਹੜੇ ਹੈਗੇ ਉਹ ਬੋਰਡਸ ਤੇ ਤੁਹਾਨੂੰ ਇੱਕ ਵਾਰੀ ਵੈਰੀਫਾਈ ਕਰਨੇ ਪੈਣਗੇ। ਸੋ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਕੋਲ ਗਲਤ ਇਨਫੋਰਮੇਸ਼ਨ ਜਾਵੇ। ਸੋ ਐਗਜ਼ੈਕਟ ਟਾਈਮਿੰਗ ਮਾਰਨਿੰਗ ਤੋਂ ਇਵਨਿੰਗ ਹੈ ਰਹਿਣ ਵਾਲੀ ਔਰ 3 ਦਿਨ ਤੱਕ ਲਗਾਤਾਰ ਇੱਥੇ ਡਿਸਪਲੇ ਹੋਏਗਾ, ਐਜ਼ ਇਟ ਇਜ਼ ਲੱਗਿਆ ਰਹੇਗਾ। ਲੋਕ ਇੱਥੇ ਆ ਕੇ ਦੇਖਣ, ਇਹਦੇ ਬਾਰੇ ਗੱਲ ਕਰਨ। ਅਸੀਂ ਇਨਵਾਈਟ ਕਰਦੇ ਹਾਂ ਚੰਡੀਗੜ੍ਹ ਨੂੰ ਵੀ, ਚੰਡੀਗੜ੍ਹ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇੱਥੇ ਆਉਣ, ਇਹਦੇ ਬਾਰੇ ਗੱਲਬਾਤ ਕਰਨ, ਇਹਨੂੰ ਦੇਖਣ। ਬੱਚਿਆਂ ਨੂੰ ਜੇ ਤੁਸੀਂ ਆ ਕੇ ਇੱਕ ਇਹ ਕਹਿੰਦੇ ਕਿ ਇੱਕ ਥਾਪੜਾ ਵੀ ਦਿੰਦੇ ਹੋ ਨਾ, ਵਧੀਆ ਕੰਮ ਕੀਤਾ ਹੈ। ਉਹ ਥਾਪੜਾ ਜਿਹੜਾ ਹੈਗਾ ਉਹ ਉਸ ਦੇ ਲਈ ਬਹੁਤ ਵੱਡੀ ਚੀਜ਼ ਹੈ। ਉਸ ਦੇ ਲਈ ਕੋਈ ਉਹਦੀ ਕਲਾ ਦਾ ਕੋਈ ਮੁੱਲ ਨਹੀਂ ਹੈਗਾ। ਉਹਦੀ ਕਲਾ ਦਾ ਮੁੱਲ ਇਹ ਹੈ ਕਿ ਤੁਸੀਂ ਉਹਦੀ ਸ਼ਲਾਘਾ ਕਰਦੇ ਹੋ, ਤੁਸੀਂ ਉਹਨੂੰ ਸ਼ਾਬਾਸ਼ੀ ਦਿੰਦੇ ਹੋ, ਇਹੀ ਉਹਦੀ ਕਲਾ। ਥੈਂਕ ਯੂ ਸਰ। ਤਾਂ ਸੰਗਤ ਇਸ ਵਕਤ ਮੀਡੀਆ ਇੰਚਾਰਜ ਗਗਨ ਸਰ ਪਹੁੰਚ ਗਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਮੀਡੀਆ ਦੇ ਇੰਚਾਰਜ ਹੈ। ਬਸ ਗੱਲ ਕਰੀਏ ਤਾਂ ਇੱਕ ਕਲਾਕਾਰ ਨੂੰ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਵਿਸਤਾਰਨਾ, ਇਸ ਇੱਕ ਕਲਾਕਾਰ ਆਖਰਕਾਰ ਹੁੰਦਾ ਕੀ ਹੈ, ਕਿਸ ਤਰ੍ਹਾਂ ਉਹ ਇੱਕ ਕਲਾਕ੍ਰਿਤੀ ਦੇ ਵਿੱਚ ਆਪਣੀ ਜਿਹੜੀ ਰੂਹ ਪਾਉਣ ਦਾ, ਆਪਣੀ ਜਾਨ ਪਾਉਣ ਦਾ ਉਸ ਚੀਜ਼ ਨੂੰ ਬਣਾਉਣ ਦੇ। ਸੈਕਟਰ 17 ਦੀ ਅੰਡਰ ਬ੍ਰਿਜ ਜਿਹੜੀ ਮਾਰਕੀਟ ਹੈ ਇਸ ਵਕਤ ਇੱਥੇ ਅੱਜ ਆਰਟ ਦਾ ਜਿਹੜਾ ਹੈ ਉਹ ਆਰਟ ਕਨੈਕਟ ਜਿਹੜਾ 2025 ਸ਼ੁਰੂਆਤ ਹੋਈ ਹੈ। ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਜਿਹੜੇ ਲੋਕ ਨੇ ਉਹ ਆਰਟਿਸਟ ਪਹੁੰਚੇ ਹੋਏ ਨੇ। ਹਾਲਾਂਕਿ ਫੈਮਲੀਜ਼ ਵੀ ਜਿਹੜੀ ਇਸ ਵਕਤ ਇੱਥੇ ਪਹੁੰਚੀਆਂ ਹੋਈਆਂ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਦੇਖੋ ਬੜੀ ਕਨਸੈਪਟ
चीज़ा ने फैमिली साथ ना मुझे सर यहाँ पे पहुँचो आर्टिस्ट जो हैं अलग अलग ना आर्ट लेकर आए हैं, किस तरह देखते हो जो बच्चों की तरफ से ये चीज़ें बनाई जाती है, क्या कहोगे इस मामले में? All I want to say कि this whole creative process is very demanding. You need to come from soul, and then that soul gets made a medium. It could be anything. It could be painting. It could be mixed media. It could be any sculpture. So the very idea is that how do you translate this whole thing? The thought process coming into a live thing. It's a very complex process, but at the very same time, these kids who are the young generation over here, they have translated so beautifully. Commendable work, and a lot more is about to come, and I'm glad that this has been kept in such a manner. इतने अच्छे तरीके से रखा गया है. आप पहले भी अक्सर आते हो या फिर कभी कभार? I have been coming. I mean, this is my first workshop over here. Okay. But for art exhibitions, I have been an appreciator. I am come from Ahmedabad. अच्छा, आप अहमदाबाद से आए हो तो आपको तो इस चीज़ में ज़्यादा नॉलेज होगी. Yeah, I mean, typically, it's not. I am into product design and automobile design. Okay. But we take inspiration from such places, so we keep coming to look at things. मैं ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਇਸ ਵਕਤ ਪਹੁੰਚੇ ਨੇ, ਹਾਲਾਂਕਿ ਇੱਥੇ ਮੈਂ ਵੀ ਸਾਡੇ ਨਾਲ ਮੌਜੂਦ ਨੇ, ਇਹਨਾਂ ਗੱਲਬਾਤ ਕਰਨ ਦੀ ਕੋਸ਼ਿਸ਼. मैम क्या कंसेप्ट है आपका, कौन सा उस पर आज? नहीं, क्योंकि देखो कहीं नहीं जगह नहीं बोलना चाहते होंगे. कहाँ से और आपका नाम से? सर मेरा नाम राघव शर्मा है, मैं हूँ हिमाचल प्रदेश से. अभी करंटली मैं डेराबस्सी रहता हूँ और मैं अभी स्टूडेंट हूँ चंडीगढ़ यूनिवर्सिटी में 3rd ईयर. और आप आज आर्ट के लिए आए हो या दोस्तों के साथ? यहाँ पे मेरा भी काम है, यहाँ लगा हुआ है. और यहाँ लगा आपका? मेरा काम उस साइड जैसे लगा हुआ है ना, ये इस साइड आप सीरीज देख रहे हो. ये चलिए फिर वहाँ तक चलते हैं और बताइए क्या क्या चीज़ है, क्योंकि जाना और दिखाना में फर्क है, वो भी देखना. ये है सीरीज में कमी काइंड ऑफ मिक्स है. मेरे ये वाली साइड पे है. Not every picture product. क्या एक्चुअली सर आपको मैं पूरा को बता देता हूँ. मैं एक्चुअली दिस आर द हमने एक स्टाइल कॉपी किया है. जो पुराने ट्रेडिशनल आर्टिस्ट होते हैं उनका हर किसी का स्टाइल होता है. हर जैसे ट्राइबल आर्ट होते हैं, अलग अलग टाइप के आर्ट होते हैं. तो उसमें से हम जो हमारा स्टूडेंट्स थे, हम सब ने हमने कोई एक आर्ट स्टाइल लिया, उसको हमने एक मॉडर्न तरीके से दिखाया हुआ है. एग्जाम्पल के लिए आप इस वाले में देख सकते हैं कि ये स्कूटर है. जो स्कूटर एक मॉडर्न एलिमेंट है, लेकिन जो स्टाइल है वो एक ट्रेडिशनल स्टाइल लेके बनाया हुआ है, इसलिए. और हर किसी ने इसमें अलग अलग स्टाइल लिया और उसको अपने तरीके से रिप्रेजेंट किया मॉडर्न स्टाइल में. टीम वर्क ने मिलके काम किया, किस तरह लगा जब शुरुआत आपने की, जब हमने शुरुआत की? सर दिस इज अ पार्ट ऑफ आवर मॉड्यूल. सर हमारे मॉड्यूल होते हैं ना हर हफ्ते में महीने के होते हैं 2-2 मॉड्यूल ना. तो उसमें से हमारा एक मॉड्यूल का काम है, ये आधा काम है, वो भी और भी काम है. लेकिन जितना भी एग्जिबिट कर सकते थे वो हमने एग्जिबिट किया हुआ है. और बस बाकी अभी यही है कि किस तरह लगता है कि एज यू आर स्टूडेंट जब टीम वर्क के साथ मिलके काम शुरू करते हो तो पहले कितना का मज़ा आता है और जब तक एंड में ख़त्म करना होता है तब क्या फील आता है? एक्चुअली सर जो मेन फन है वो टीम वर्क में ही है. सोलो में तो सर बोर हो जाते हैं. जो टीम वर्क है उसमें ये है कि यूनिटी भी बनी रहती है आपस क्लास में, और साथ में जो काम जल्दी हो जाता है, काम का पता नहीं चलता है, उसमें फ़न भी आता है. काम काम की तरह नहीं लगता, काम एक फ़न की तरह लगता है. आपके हिसाब से एक टीम और टीम लीड का मतलब क्या है? सर टीम लीड की तो 2 मतलब है. एक तो यूनिटी हो गया, एक होता है जिम्मेदारी. आप बोल सकते हो कि जिम्मेदारी हम कैसे ले और किसी टीम के साथ चल सके. टीम इज़ नॉट लाइक कि आप एक लेबर चल रही. टीम होता है कि साथी फ्रेंड्स की तरह के साथ मिलके ही चलना पड़ता है. टीम से ये कि टीम वर्क करना भी बहुत ज़रूरी है, जिससे कि जो है इंसान है उसमें बहुत सारा डेवलपमेंट आता है उसके खुद के अंदर ही. कि वो जान पाता है कि टीम वर्क में हम कैसे काम कर सकते हैं और कैसे एक दूसरा रख सकते हैं आपस में. तो देखो अलग अलग चीज़ बात ने था इस वक्त ਜਿਹੜੇ ਸਾਰੇ ਇਸ ਪਹੁੰਚੇ ਹੋਏ ਨੇ ਉਹਨਾਂ ਵੀ ਗੱਲਬਾਤ ਕਰਾਂਗੇ. आपका नाम? जिज्ञासा. जो कोई प्रोजेक्ट किस बेस पे है, क्या है? सर मेरे जितने भी काम होते हैं मेरे अपने इमोशनल फीलिंग्स के ऊपर मैं बनाती हूँ. मैं जैसा फील कर रही हूँ मैं उसको किस तरह से सिंबलाइज कर सकती हूँ, वो बना है. ये प्रोजेक्ट किसके लिए है? क्या जैसे ये चेयर पे इतने कपड़े पड़े हैं कि इसका मतलब क्या है? सर चेयर पे जैसे सर हम कपड़े अपने उतार के ऐसे कभी भी डाल देते, थकान में कहीं भी रख देते, टेबल पे चेयर पे उतार के रख देते हैं. तो वो चीज़ मैंने दिखाई कि जैसे एक रिलेटेबल फीलिंग की सबके साथ ये होता है, और हर किसी की कपड़ों में एक मेमोरी होती है, सब वो चीज़ महसूस कर सकते हैं. तो एक रिलेटेबल फीलिंग के लिए. कहाँ से हो आप और कौन सी यूनिवर्सिटी? क्या सर? कहाँ से हो और कौन सी यूनिवर्सिटी? सर मैं बिहार से हूँ, चंडीगढ़ यूनिवर्सिटी में से हूँ. इस वक्त साथ नाल मुस्कान जी मौजूद है. मुस्कान है क्या चीज़ है, क्या चीज़ एक्सप्लेन करूँगी इस चीज़? आपको क्या लग रहा है?
ऐसे तो कोई लाइक एक क्रिएचर तो बना हुआ है, ये तो साफ दिख रहा है, लेकिन ये है बेटर एक्सप्लेन व्हाट इज So basically ये हमने रिफ्लेक्शन ऑफ आर्ट दिखाया है. Sometimes we can say that मिरर में हम अपनी रिफ्लेक्शन देख सकते हैं, बट इन दिस we can say हम अपनी रिफ्लेक्शन नहीं देखना चाहते. That's why mirror is in the bottom. एक ह्यूमन है जिसने अपने आप को ही ट्रैप किया हुआ है अपनी नेक से. उसके पास फ्लावर्स है बट वो देख नहीं रहा है कि वो फ्लावर्स सड़ चुके हैं. बट वो हैप्पी है अपने थॉट्स में. उसको लग रहा है मेरे थॉट बहुत सुंदर है, बट हम देख पा रहे हैं वो ख़राब है. हम उसको एक्सप्लेन भी नहीं कर सकते क्योंकि वो समझेगा नहीं. सो कैसे हम अपने आप को अपने ही थॉट्स में एक लूप की तरह फंसा लेते हैं और खुद को देख नहीं पाते. सो दिस इज द रिफ्लेक्शन ऑफ आर्ट. बनाया कैसे और किस ने साथ मिलके ये प्रोजेक्ट को हम 3 लोग थे. आइडिएशन इज ऑफ अंशु एंड मैंने और सूरज ने इसमें सारा सामान इकट्ठा किया. क्या क्या चीज़ें कैसे हम उसको फॉर्म को ले सकते थे वो हम तीनों ने मिलके किया. आइडिया कहाँ से आया इस चीज़ का? आइडिया अंशु के पास आया. ही इज़ द टीम लीडर, तो आई कांट से एनीथिंग अबाउट दिस. ही इज़ बिजी आई थिंक राइट देयर, बट फॉर नाउ आई कैन एक्सप्लेन जस्ट दिस. थैंक यू. ये देखो अलग अलग चीज़ां ने मुस्कान दे ਵੱਲੋਂ ਜਿਹੜਾ ਬਣਾਇਆ ਗਿਆ ਹੈ ਕਿ ਕ੍ਰੀਏਚਰ ਹੈ, ਬਟ ਕਿੰਨਾ ਕਿ ਮਤਲਬ ਹੈ ਇਸ ਗੱਲ ਦਾ ਦੂੰਗਾ ਵੀ ਇਨਸਾਨ ਜਿਹੜਾ ਆਪਣੇ ਆਪ ਨੂੰ ਦੇਖ ਸਕਦਾ, ਪਰ ਇੱਕ ਮਿਰਰ ਦੇ ਵਿੱਚ ਜਿਹੜਾ ਰਿਫਲੈਕਟ ਦੇਖੋ ਨੀਚੇ ਦਿਖਾਉਣ ਦੀ ਤਾਂ ਕੋਸ਼ਿਸ਼ ਕਰਨਾ ਕਿਉਂਕਿ ਇਹ ਰਿਫਲੈਕਸ਼ਨ ਦੱਸਦੀ ਹੈ ਕਿ ਕਿਸ ਤਰ੍ਹਾਂ ਇਨਸਾਨ ਹੁੰਦਾ ਹੈ, ਇਨਸਾਨ ਦਾ क्या कुछ ਜਿਹੜਾ हाव भाव ਹੁੰਦਾ है. क्या नाम है आपको? जी ऋतिक बस्टा है मेरा नाम. ऋतिक, ये क्या चीज़ है, इसका क्या अर्थ है इस चीज़ का? जी बेसिकली हमारे हिमाचल से, मैं बेसिकली हिमाचल से हूँ ना, तो वहाँ पे ट्रेडिशनली जो आर्किटेक्चर फॉलो किया जाता है घरों में और टेम्पल्स में, तो काठपुनी आर्किटेक्चर होता है. तो वो ट्रेडिशनल होता है. उसमें मेन चीज़ ये होती है कि बिना मोटार सीमेंट वगैरह के होता है. इसमें सिर्फ लकड़ और पत्थर यूज़ होता है. तो उसका मेन एडवांटेज ये होता है कि अर्थक्वेक प्रूफ होता है. मतलब अर्थक्वेक आएगा तो कुछ अटैचमेंट नहीं होगी, तो उसकी वजह से जो उसके बीच में गैप होता है आपके वुड और स्टोन के बीच में, तो उसकी वजह से अर्थक्वेक में ये सेफ रहता है. दूसरा होता है कि वहाँ पे हाइट्स में ठंड बहुत होती है, तो उसके लिए जो अपना वुड है वो बहुत मतलब यूज़फुल होता है कि ठंड कम होगा और जो रूम्स के अंदर है वो गर्मी ज़्यादा होगी. जी, तो वो स्ट्रक्चर बनाया मैंने. हाँ, मेरा नाम रोमिल. सितार पर ऐसे रोक लगा है, क्या इसका कारण क्या है? इस इंस्टॉलेशन का मेन पर्पस ये है कि इसमें जो सितार है वो हमारे पैशंस को सिंबलाइज कर रही है. जो पैशंस हम बचपन से हमारे अंदर होते हैं, हर इंसान के अंदर होते हैं. किसी को सिंगिंग का होता है, किसी को पेंटिंग का होता है, किसी को किसी गेम का होता है, या वटेवर जो भी हमारे पैशंस होते हैं बचपन से, और हम उनको आगे कैरी फॉरवर्ड नहीं कर पाते लाइफ में ड्यू टू सम ऑफ द रीजंस. इट कैन बी एनीथिंग कि फैमिली ने सपोर्ट नहीं किया. मोस्टली सिंगिंग या पेंटिंग या इन केसेस में ऐसा ही होता है कि कल को वो चीज़ हमें अर्न करके नहीं देगी उतना, या और कोई भी रीज़न, सोसाइटल रीज़न, कोई फैमिली का रीज़न, कुछ भी, तो हमारे लिए एक तरह से उस पैशन पे ताला लग जाता है. हाँ, और हम महसूस करते हैं कि हम किसी अदर प्रोफेशन में जो हमें अर्न करके दे रहा है, हम उसमें जकड़ गए हैं, बंद गए हैं, हम अपने पैशन को फॉलो नहीं कर पा रहे. तो ये उसी चीज़ को रिप्रेजेंट कर रहा है कि एक सितार, उसके ऊपर जो हमारे पैशंस को रिप्रेजेंट कर रही है, उसके ऊपर चेन बंधा हुआ है और ताले लगे हुए हैं कि हमारे लिए ताले लग जाते हैं उस पैशन पे, जिसको हम आगे चल के ज़िंदगी में कभी एक्सप्लोर करते भी हैं, बट वो बात नहीं रहती. तो ये उसी चीज़ को रिप्रेजेंट कर रही है. ये आइडिया आपको कहाँ से आया और क्या आपके साथ भी ऐसा कुछ हुआ है? फर्स्ट ऑफ ऑल मैं फाइन आर्ट्स का स्टूडेंट बाद में हूँ और म्यूज़िक का स्टूडेंट पहले हूँ. म्यूज़िक मैंने पहले से स्टार्ट किया. मैं 12th पास आउट जब मैंने की, उसके बाद से मैंने म्यूज़िक स्टार्ट किया हुआ. म्यूज़िक में मैंने बैचलर ऑफ परफॉर्मिंग आर्ट्स हिंदुस्तानी म्यूज़िक ऑनर किया है, और उसके बाद मैंने BFA स्टार्ट किया है. अब BFA स्टार्ट करने के बाद मैं म्यूज़िक को उतना टाइम नहीं दे पाता, या उस चीज़ को उतना कैरी फॉरवर्ड नहीं कर पा रहा हूँ फ़िलहाल, अगर मैं बताऊँ. और अपने आसपास भी मैं अगर अपने फ्रेंड्स को देखता हूँ जिनमें कुछ पैशन है किसी अलग चीज़ के लिए, जो शायद हमारे यहाँ सोसाइटी में इतना अर्न करके नहीं देता हमें, तो वो भी मजबूरी में कोई इंजीनियरिंग कर रहा है, कोई साइंस कर रहा है, तो उनको देखते हुए और खुद को देखते हुए जो मुझे फील हुआ, जो मुझे वो हुआ, उसी को मैंने इसमें सिंबलाइज किया. ਸੈਕਟਰ 17 ਦੇ ਅਸੀਂ ਮਾਰਕੀਟ 'ਚ ਖੜੇ ਹਾਂ, ਪਰ ਇੱਕ ਇਹੋ ਜਿਹੀ ਚੀਜ਼ ਦਿਖਾਵਾਂਗੇ ਜੋ ਪੁਰਾਣੀ ਸੱਭਿਅਤਾ, ਪੁਰਾਣੀ ਕਲਾ ਨੂੰ ਦਰਸਾਉਂਦਾ ਹੈ.
ਬੇਸ਼ੱਕ ਅੱਜ ਦੇ ਨੌਜਵਾਨ ਜਿਹੜੇ ਨੇ ਉਹ ਫੋਨ ਦਾ ਯੂਜ਼ ਕਰਦੇ ਨੇ ਆਪਣੀ ਚੀਜ਼ਾਂ ਨੂੰ ਸੰਭਾਲਣ ਦੇ ਲਈ ਫੋਨ ਸੇਫ ਰੱਖਦੇ, ਪਰ ਇਹ ਇੱਕ ਚਾਹੇ ਇਹ ਸੇਫ ਹੈ, ਇਹ ਤੁਸੀਂ ਦੇਖ ਸਕਦੇ ਇੱਕ ਸੰਦੂਕ ਚਾਹੇ ਇੱਕ ਛੋਟਾ ਟਰੱਕ ਕਹਿੰਦੇ ਸੀਗੇ ਜਿਸ ਦੇ ਵਿੱਚ ਅਕਸਰ ਆਪਾਂ ਦੇਖਿਆ ਜਿਹੜੇ ਬਜ਼ੁਰਗ ਹੁੰਦੇ ਸੀਗੇ ਆਪਣੇ ਬਜ਼ੁਰਗ ਜਿਹੜੇ ਸੀਗੇ ਆਪਣੀ ਯਾਦਾਂ ਨੂੰ ਇਸ ਚੀਜ਼ ਦੇ ਵਿੱਚ ਜਿਹੜੀ ਹੈ ਉਹ ਸਮੇਟ ਕੇ ਰੱਖਦੇ ਸੀਗੇ। ਹਾਲਾਂਕਿ ਹਰ ਇੱਕ ਨੂੰ ਇਹ ਸੰਦੂਕ ਜਾਂ ਫਿਰ ਇਹ ਟਰੱਕ ਜਿਹੜਾ ਯਾਦ ਆਉਂਦਾ ਹੈ ਵੀ ਕਦੋਂ ਕਿਵੇਂ ਉਹਨਾਂ ਦੇ ਬਜ਼ੁਰਗ ਸੀਗੇ ਉਹ ਚੀਜ਼ਾਂ ਨੂੰ ਇਕੱਠੀਆਂ ਕਰਕੇ ਰੱਖਦੇ ਸੀਗੇ, ਤਾਂ ਕਿਤੇ ਨਾ ਕਿਤੇ ਪੁਰਾਣੇ ਪੰਜਾਬ ਦੀ ਸੱਭਿਅਤਾ ਨੂੰ ਫਿਰ ਤੋਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਚੀਜ਼ਾਂ ਅਕਸਰ ਜਿਹੜੀ ਚੀਜ਼ਾਂ ਹੁਣ ਅਲੋਪ ਹੋਣ ਜਾ ਰਹੀਆਂ ਨੇ, ਲਗਾਤਾਰ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਰਹੀਆਂ ਨੇ, ਇਹ ਮੈਡਮ ਜਿਹੜੇ ਨੇ ਇਹ ਇਸ ਚੀਜ਼ ਨੂੰ ਲੈ ਕੇ ਆਏ ਨੇ ਕਿਵੇਂ ਨਾ ਕਿਵੇਂ ਜਿਹੜੀ ਚੀਜ਼ਾਂ ਨੇ ਇਹ ਹੁਣ ਦੇ ਨੌਜਵਾਨ ਪੀੜ੍ਹੀ ਨੂੰ ਹਾਲਾਂਕਿ ਚੀਜ਼ਾਂ ਨਹੀਂ ਪਤਾ ਵੀ ਇਹ ਚੀਜ਼ਾਂ ਕੀ ਸੀਗੀਆਂ, ਚਾਹੇ ਸੰਦੂਕ ਦੀ ਗੱਲ ਕਰੀਏ ਚਾਹੇ ਅਲੱਗ-ਅਲੱਗ ਚੀਜ਼ਾਂ ਸੀਗੀਆਂ ਪਿੰਡਾਂ ਦੀਆਂ, ਉਹ ਪਿੰਡਾਂ ਵਾਲੀ ਚੀਜ਼ਾਂ ਨੂੰ ਇਹ ਇਸ ਵਕਤ ਇੱਥੇ ਲੈ ਕੇ ਆਏ ਨੇ। ਤਾਂ ਨਾਲ ਹੀ ਪਰ ਗੱਲ ਕਰਨਾ ਦੁਬਾਰਾ ਗੱਲ करना मैम है कि चीज़ है क्या मतलब क्या चीज़? ये टेक्सचर्स के ऊपर हमने काम करा है, तो मेमोरीज है सारी, टेक्सचर्स ही सारा मेमोरीज के बेसिस पर है, जिसको हमने नाम दिया इन द रस्टेड ट्रक। तो पहले तो हमने इसका अच्छे से मतलब ये पूरा रस्ट हो रहा था, तो इसमें भी पहले हमने बहुत सारे टेक्सचर्स क्रिएट करे कि डिफरेंट तरीके के, अगर आप पीछे से देखोगे इसको तो बहुत इसमें यूनिक टेक्सचर्स है, और बाकी चीज़ें तो बस वही पुरानी मेमोरीज और इसमें हमने सारी होल्ड करी। पुराना संदूक या फिर पुराना इसमें ये फोटोग्राफी ये है क्या चीज़? एक्चुअली ना मतलब हमने ना इसका टेक्सचर पे काम करना था, तो हमने टेक्सचर जो पुरानी चीज़ें जैसे हमें देखने में अच्छा लगता है, जो हम चीज़ें घर पे जैसे पुरानी चीज़ें होती हैं जो हमारे घर पे पड़ी होती है पर हम उनको फेंकते भी नहीं हैं और हम उनको संभाल के भी रखते हैं, तो उस चीज़ को हमने दिखाने की कोशिश की है इसके ज़रिए। मूवी देखने में काफ़ी पुरानी चीज़ें देखने में है क्या क्या चीज़ है? लाइक ज़्यादातर तो हमारे घर की फ़ोटो है जो हमने अभी तक तोड़ा नहीं है, वो 100 साल से ज़्यादा पुराना होगा। लाइक ये वाली वो हमने अभी तक संभाल के रखा है कि हमारे दादा परदादा जी वहाँ पे रहे हैं, तो अभी तक हमने संभाल के रखा है, तो उस चीज़ के टेक्सचर को हमने इस चीज़ में दिखाने की कोशिश की है। बाकी अपने जो बुजुर्गों की यादें हैं वो समेट के रखना है इस चीज़ का। समेट के भी, हाँ जी सर, वो भी। और साथ में आप अकेले और टीम साथ में? अभिप्रीति अभिप्रीति दोनों ने मिलके काम शुरू किया, लाइक फाइन आर्ट्स के स्टूडेंट हो, तो ये आइडिया कैसे आया और कहाँ से आया? बेसिकली हमको टेक्सचर्स के ऊपर काम करना था, क्योंकि हम दोनों ही एज एन आर्टिस्ट भी हम टेक्सचर्स ही देखते हैं कि कहाँ के मतलब ये अलग लग रहा है क्या चीज़, तो हमको टेक्सचर्स उस पर बनाने थे जिसका कोई मीनिंग हो, किस चीज़ से किसी चीज़ से रिलेट करें। तो हमको मेमोरीज से दिमाग में आया कि हम मेमोरीज पे उसको क्रिएट कर सकते हैं। तो मेमोरीज मुझे याद आया कि हमारे ऐसे पुराने घर हैं बहुत, जिसमें जब हम वापस जाते तो हम देखते हैं कि अरे छोटे में हम इन चीज़ों के साथ खेलते थे या ये चीज़ें ऐसे प्लेस होती थी यहाँ पे। तो ये वो टेक्सचर्स है जो हमको ना एक नॉस्टैल्जिया हिट करता है कि यार, जैसे कि फॉर एग्जांपल इसमें कुछ दीवारें हैं जो कि कलर उनका अलग है, जैसे मस्टर्ड कलर की, अब आजकल लोग ऑफ वाइट घरों में भी मतलब करवाते हैं, पहले तो ऐसे ही होते थे ना पॉपी कलर्स घरों में मोस्टली। और ये जो है एक साबुन की टिक्की रखने वाला, ये आज भी, अब तो नहीं है मेरे घर में, बट पहले वाले घर में रखा हुआ था ये जो ये वाला चीज़ है ये। और इसका टेक्स्ट अभी मैं पुराने घर में गई हूँ तो ये एज इट इज़ वैसे की वैसी, इसमें सर्फ एक्सेल का वो पड़ा हुआ है वो पार्ट। हाँ जी हाँ जी, ये सारी ओरिजिनल फोटोज़ है, इसमें से कुछ भी कॉपी नहीं है, ये सब उनका पुराना हाउस था, वो उधर जाके उन्होंने खींची, मेरा पुराना घर था मैंने वहाँ जाके खींची। तो ये सारी, अब ये जैसे फॉर एग्जांपल ये रील्स है, ये भी अब नहीं दिखती होगी किसी को, बट पहले के टाइम पे अगर आज भी हम होता है कि ये क्या लिखा है, मतलब क्या देखा है इसमें, जो भी चीज़ तो पुरानी चीज़ों को समेट कर एक संदूक और ये में रखा। टंकी इसलिए है क्योंकि लोग मोस्टली अपनी मेमोरीज को ना प्रिजर्व करके रखते हैं एक जगह पे, कोई भी ओपन नहीं रखता ये चीज़। तो जो आज ये मेमोरीज फोन में रखते हैं और ये पुराना फोन था कहीं, हाँ कहीं ना कहीं दूसरा फोन हो गया ये तो हमारा, बस इसलिए ये ट्रंक इसलिए है कि हम अपनी सारी मेमोरीज इसमें होल्ड करें। सर ने इस वक्त परविंदर सिंह लाल जी मौजूद ने, जिन्होंने एक आर्टिस्ट ने, सर एक है किस चीज़ उत्ते प्रोडिक्ट कर मेरा पेंटिंग स्टाइल डिफरेंट है। चंडीगढ़ ਵਿੱਚ ਆਰਕੀਟੈਕਚਰ ਦੇ ਉੱਤੇ ਮੇਰਾ ਪੇਂਟਿੰਗ ਸਟਾਈਲ ਹੁੰਦਾ ਤੇ ਮੈਂ ਅਰਬਨ ਸਕੇਪ এনवायरमेंट ਉਹਦੇ ਉੱਤੇ ਮੈਂ ਪੇਂਟਿੰਗਾਂ ਬਣਾ ਰਿਹਾ ਤੇ ਮੈਨੂੰ 20-25 ਸਾਲ ਤੋਂ ਮੈਂ ਇਸੇ ਸਟਾਈਲ ਦੇ ਵਿੱਚ ਪੇਂਟਿੰਗ ਕਰ ਰਿਹਾ। ਹਾਂਜੀ, ਔਰ ਐਕ੍ਰੈਲਿਕ, ਔਰ ਮੈਂ ਪਾਰਟਿਸਿਪੇਟ ਕੀਤਾ ਅਲੱਗ-ਅਲੱਗ ਦੇਸ਼ਾਂ ਵਿੱਚ, ਤੁਰਕੀ, ਵੀਅਤਨਾਮ, ਮਲੇਸ਼ੀਆ,
और काफ़ी नेपाल, भूटान और पोलैंड, यूके ऐसे इस तरह अलग अलग देशों में वर्कशॉप की, पेंटिंग की, एग्जीबिशन भी की। अपने इंडिया में मैं हिमाचल प्रदेश काफ़ी सारे एग्जीबिशन कर रहा। लंबा समा हो चला तुम इस आर्ट करते हुए, किन्ना चीज़ों का फर्क पिया? अगर पुराने समय को 30 साल चुके ने और बॉक्स हो चुके ने, पुराने समय ते अज दे समय च किन्ना फर्क आया एक आर्टिस्ट दे तौर ते करना गलबात करो? पुराने समय च ਜਿਹੜਾ ਆਰਟ ਸੀਗਾ ਬਹੁਤ ਜ਼ਿਆਦਾ ਸੀਰੀਅਸ ਕਾਈਂਡ ਦਾ ਸੀਗਾ, ਮਤਲਬ ਬਹੁਤ ਸਕਿੱਲ ਸੀਗਾ। ਲੇਕਿਨ ਜਿਹੜਾ ਅੱਜ ਦਾ ਆਰਟ ਹੈ ਨਾ, ਇਹਦੇ ਵਿੱਚ ਥੋੜੀ ਜਿਹੀ ਬਹੁਤ ਜ਼ਿਆਦਾ ਮੈਨੂਪੂਲੇਸ਼ਨ ਹੋ ਗਈ ਆ, ਬੜੇ ਸ਼ਾਰਟਕਟ ਆ ਗਏ ਆ। ਲੋਕ ਸੋਚਦੇ ਕਿ ਅਸੀਂ ਘੱਟ ਟਾਈਮ 'ਚ ਬੜਾ ਅੱਛਾ ਕੰਮ ਨਹੀਂ ਨਿਕਲ ਰਿਹਾ, ਉਹ ਕੰਮ ਨਹੀਂ ਨਿਕਲ ਰਿਹਾ। ਜੋ ਪੁਰਾਣੇ ਜ਼ਮਾਨੇ ਦਾ ਕੰਮ, ਪੁਰਾਣੇ ਸਟਾਈਲ ਦਾ ਕੰਮ, ਉਹ ਅੱਛਾ ਸੀਗਾ, ਹੈ ਨਾ। ਤੇ ਅੱਜ ਕੱਲ੍ਹ ਲੋਕ ਡਿਫਰੈਂਟ ਮੀਡੀਅਮ 'ਚ ਕੰਮ ਕਰ ਰਹੇ ਆ, ਲੇਕਿਨ ਉਹ ਦੈਟ ਇਜ਼ ਨਾਟ ਫॉर द लॉन्ग टाइम। ਉਹਦੇ ਵਿੱਚ ਜੋ ਐਕ੍ਰੈਲਿਕ ਐਂਡ ਆਇਲ ਦੇ ਵਿੱਚ ਕੰਮ ਹੋ ਸਕਦਾ, ਉਹ ਉਸੇ ਤਰ੍ਹਾਂ ਦੇ ਮੀਡੀਅਮ 'ਚ ਨਹੀਂ ਹੋ ਸਕਦਾ। ਜਦੋਂ ਇੱਕ ਆਰਟਿਸਟ ਆਰਟ ਦੀ ਸ਼ੁਰੂਆਤ ਕਰਦਾ ਹੈ, ਕੋਈ ਨਵੀਂ ਕਨਸੈਪਟ ਲੈ ਕੇ ਆਉਂਦਾ, ਤਾਂ ਫਸਟ ਥਾਟ ਆਫ ਮਾਈਂਡ ਦੇ ਵਿੱਚ ਕੀ ਚੀਜ਼ ਆਉਂਦੀ ਹੈ? ਲਾਈਕ ਅਗਰ ਤੁਸੀਂ ਇਹ ਬਣਾਈ ਤਾਂ ਪਹਿਲੇ ਮਾਈਂਡ ਦੇ ਵਿੱਚ ਕੀ ਥੋਟ ਆਇਆ ਸੀ? ਮੇਰੇ ਮਾਈਂਡ 'ਚ এনवायरमेंट ਦੀ ਫੀਲਿੰਗ ਆਈ ਕਿ ਮੈਂ ਇਸ ਵਿੱਚ এনवायरमेंट 'ਚ ਮੈਂ ਕੀ ਸਪੇਸ ਵਿੱਚ ਕੀ ਕੰਮ ਕਰ ਸਕਦਾ। ਮੈਂ ਤੇ ਆਰਕੀਟੈਕਚਰ ਕੀਤਾ, ਮੈਂ ਆਰਟ ਕੀਤਾ, ਫਾਰਮ ਲੈਣ ਦੀ, ਸ਼ੈਡੋ ਤੇ ਇਸ ਤਰ੍ਹਾਂ ਦੇ ਕਈ ਕੰਮ ਮੈਂ ਕੀਤੇ। ਅੱਜ ਦੇ ਆਰਟਿਸਟ ਵਿੱਚ ਕਿੰਨਾ ਫਰਕ ਹੈ? ਮੰਨਦੇ ਹੋ ਕਿੰਨਾ ਕਿਤੇ ਜਿਵੇਂ ਤੁਹਾਨੂੰ ਤਾਂ 30 ਸਾਲ ਹੋ ਚੱਲੇ, ਲੰਬਾ ਸਮਾਂ ਤੁਸੀਂ ਇਹਦੇ ਉੱਤੇ ਆਪਣੀ ਪੂਰੀ ਜਿੰਦ ਜਾਨ ਲਾ ਦਿੱਤੀ ਹੈ ਜਿਹਨੂੰ ਆਪਾਂ ਕਹੀਏ, ਪਰ ਮੰਨਦੇ ਹੋ ਕਿ ਸੋਸ਼ਲ ਮੀਡੀਆ ਜ਼ਮਾਨੇ ਨੇ ਕਿੰਨਾ ਫਰਕ ਪਾਇਆ ਹੈ ਇੱਕ ਆਰਟਿਸਟ ਦੇ ਉੱਤੇ? ਸੋਸ਼ਲ ਮੀਡੀਆ ਦੇ ਵਿੱਚ ਐਕਚੁਅਲੀ ਸ਼ਾਰਟਕਟ ਬਹੁਤ ਜ਼ਿਆਦਾ ਹੋ ਗਿਆ। ਉਸ ਸ਼ਾਰਟਕਟ ਨੂੰ ਅਸੀਂ ਈਜ਼ੀ ਨਹੀਂ ਕਰ ਸਕਦੇ, ਮਤਲਬ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਨਾ ਪ੍ਰੋਜੈਕਟ ਕੀਤਾ ਜਾ ਰਿਹਾ ਆਰਟ ਨੂੰ, ਤੇ ਉਹ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਉਹ ਗੱਲਾਂ ਕਰ ਰਹੀ ਹੈ, ਉਹ ਚੀਜ਼ ਕਰ ਰਹੀ ਹੈ। ਜਿਵੇਂ ਇੱਕ ਉੱਥੇ ਦੋ ਜਿਹੜੇ ਮੈਡਮ ਨੇ, ਉਹਨਾਂ ਨੇ ਟਰੰਕ ਦੇਖੇ, ਤਾਂ ਟਰੰਕ ਪਿਆ, ਟਰੰਕ ਦੇ ਵਿੱਚ ਫੋਟੋ ਲੱਗੀਆਂ। ਇੱਕ ਨਵੇਂ ਬੱਚੇ ਜਦੋਂ ਦਿਮਾਗ ਦੇ 'ਚੋਂ ਪੁਰਾਣੀ ਸੱਭਿਅਤਾ ਆਉਂਦੀ ਹੈ ਤਾਂ ਕੀ ਕੁਝ ਲੱਗਦਾ? ਕਿਉਂਕਿ ਤੁਸੀਂ ਵੀ ਉਹ ਦੇਖਿਆ ਆ, ਉਹ ਪੁਰਾਣੀ ਚੀਜ਼ਾਂ ਨੂੰ ਲੈ ਕੇ ਜਿਹੜੇ ਨੇ ਬੱਚੇ ਬਾਹਰ ਨਿਕਲ ਰਹੇ। ਮੰਨਦੇ ਕਿ ਪੁਰਾਣੀ ਸੱਭਿਅਤਾ ਨੂੰ ਬਚਾਉਣਾ ਪੁੱਛੇ, ਉਹ ਕੁੜੀਆਂ ਦੋਨੋਂ ਟਰੰਕ ਲੈ ਕੇ ਆਈਆਂ ਨੇ। ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਦੈਟ ਇਜ਼ ਇੰਸਟਾਲੇਸ਼ਨ, ਮੈਨੂੰ ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈ, ਲੇਕਿਨ ਦੈਟ ਆਰਟ ਇਜ਼ ਆਲਸੋ ਗੁੱਡ। ਔਰ ਦੂਸਰਾ ਇੰਸਟਾਲੇਸ਼ਨ ਇਜ਼ ਆਲਸੋ ਗੁੱਡ। ਤੇ ਉਸ ਤਰ੍ਹਾਂ ਦੇ ਚੀਜ਼ਾਂ ਤੋਂ ਮੈਂ ਥੋੜਾ ਜਿਹਾ। ਬਟ ਸਰ ਮੈਂ ਪੁੱਛਣਾ ਚਾਹੂੰਗਾ ਕਿ ਇੱਕ ਆਰਟਿਸਟ, ਜਿਵੇਂ ਅੱਜ ਕੱਲ੍ਹ ਕਈ ਚੀਜ਼ਾਂ ਜਿਹੜੀਆਂ ਲੋਪ ਹੋ ਰਹੀਆਂ ਨੇ, ਪੰਜਾਬ ਦੀ ਗੱਲ ਹੈ, ਪਰ ਜੇ ਪੁਰਾਣੀ ਸੰਸਕ੍ਰਿਤੀ ਸੀਗੀ ਉਹ ਚੀਜ਼ਾਂ ਲਗਾਤਾਰ ਘੱਟ ਹੋ ਰਹੀਆਂ ਨੇ, ਕਿ ਇੱਕ ਆਰਟਿਸਟ ਦੇ ਮਨ ਦੇ ਵਿੱਚ ਆਉਂਦੇ ਉਹ ਚੀਜ਼ਾਂ ਨੂੰ ਮੈਂ ਇੱਕ ਉਹ ਆਰਟ ਦੇ ਉੱਤੇ ਦਿਖਾਵਾਂ ਕਿ ਆਹ ਚੀਜ਼ਾਂ ਸੀਗੀਆਂ ਆਪਣੇ ਕੋਲ ਜਿਹੜੀਆਂ ਅੱਜ ਹੈ ਨਹੀਂ। ਉਹਦੇ ਬਾਰੇ ਮੈਂ ਇਹੀ ਕਹਿ ਸਕਦਾ ਕਿ ਜਿਹੜਾ ਬੇਸਿਕ ਚੀਜ਼ਾਂ ਨਾ, ਸਾਨੂੰ ਉਹ ਲੋਕ ਸਿੱਖਣ ਨੂੰ ਤਿਆਰ ਨੇ, ਸਟੂਡੈਂਟਸ ਨਾ ਥੋੜਾ ਜਿਹਾ ਚਾਹੁੰਦੇ ਕਿ ਸ਼ਾਰਟਕਟ ਵਿੱਚ ਅਸੀਂ ਅਚੀਵ ਕਰ ਲਈਏ ਫਟਾਫਟ ਨਾ, ਸ਼ੋਰਟ ਟਾਈਮ ਤੇ ਇਸ ਕਰਕੇ ਉਹ ਚੀਜ਼ਾਂ ਹੋ ਨਹੀਂ ਰਹੀਆਂ। ਤਾਂ ਸਾਡੇ ਨਾਲ ਪਰਵਿੰਦਰ ਸਿੰਘ ਲਾਲ ਸਾਹਿਬ ਮੌਜੂਦ ਸੀਗੇ, ਤਾਂ ਕਿ ਇੱਕ ਇਹਨਾਂ ਨੇ ਜੋ ਆਰਟ ਬਣਾਇਆ ਇਸ ਦੇ ਵਿੱਚ, ਹਾਲਾਂਕਿ ਮੈਂ ਕਹਿੰਦਾ ਪੁਰਾਣੀ ਚੀਜ਼ਾਂ ਜਿਹੜਾ ਉਹ ਸੰਭਾਲਣਾ ਬਹੁਤ ਜ਼ਰੂਰੀ ਹੈ। ਹਰ ਇੱਕ ਕਲਾਕਾਰ ਅਲੱਗ-ਅਲੱਗ ਆਪਣੇ ਕਲਾ ਕ੍ਰਿਤੀਆਂ ਦੇ ਨਾਲ ਜਿਹੜਾ ਇਸ ਉੱਤੇ ਪਹੁੰਚੇ ਹੈ। ਸਭ ਤੋਂ ਪਹਿਲਾਂ ਜਦੋਂ ਆਪਾਂ ਐਂਟਰੀ ਕਰਦੇ ਤਾਂ ਐਂਟਰੀ 'ਚ ਅਲੱਗ ਜਿਹੜੀ 3 ਚੀਜ਼ਾਂ ਨੇ, ਹੈ ਕੀ ਹੈ? ਸਨਾ ਬਾਈ ਹੈ, ਉਹਨਾਂ ਗੱਲਬਾਤ ਕਰਨਾ। ਸਭ ਤੋਂ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਹੋਰ ਠੀਕ ਠਾਕ ਜੀ, ਵਧੀਆ। ਅੱਛਾ, ਇਹ ਕੀ ਚੀਜ਼ ਹੈ? ਤਿੰਨੇ ਅਲੱਗ-ਅਲੱਗ ਜਾ ਰਹੇ ਨੇ, ਇੱਕ ਪਾਸੇ ਚੱਪਲ, ਦੂਸਰੇ ਪਾਸੇ ਆਹ 3 ਚੀਜ਼ਾਂ ਹੈ ਕੀ ਨੇ? ਸਰ ਇਹਨੂੰ ਆਪਣੇ ਕਾਈਨੈਟਿਕ ਆਰਟ ਵਰਕ ਬੋਲਦੇ, ਕਾਈਨੈਟਿਕ ਇੰਸਟਾਲੇਸ਼ਨ ਬੋਲਦੇ ਆ। ਇਹਦੇ ਵਿੱਚ ਆਪਾਂ ਨੇ ਮੈਕੈਨਿਜ਼ਮ ਚਲਾਇਆ ਹੋਇਆ। ਇਹ ਮਤਲਬ ਇੱਕ ਇਹਦਾ ਟਾਈਟਲ ਹੈਗਾ ਇਨਕਨਸਟੈਂਟ ਮੋਸ਼ਨ। ਇਹਦੇ ਵਿੱਚ ਆਪਾਂ ਜੋ ਡੇਲੀ ਲਾਈਫ ਦੇ ਵਿੱਚ ਚੱਲ ਰਹੇ ਆਪਣੇ, ਜਿਸ ਨੂੰ ਮਤਲਬ ਆਪਾਂ ਅਣਗਹਿਲਾ ਕਰਦੇ ਆ, ਜਿਸ ਨੂੰ ਆਪਾਂ ਨਹੀਂ ਮਤਲਬ ਦੇਖਦੇ ਆ ਕਿ ਪੂਰਾ ਨਾ ਗੌਰ ਦੇ ਨਾਲ, ਇਹਦੇ ਵਿੱਚ ਉਹ ਦਿਖਾਏਗਾ। ਜਿੱਦਾਂ ਕਿ ਆਪਣੇ ਪਹਿਲੇ ਦੇ ਵਿੱਚ ਆਪਾਂ ਇਹ ਦਿਖਾਇਆ ਗਿਆ, ਜਿੱਦਾਂ ਕਿ ਮਿਰਰ ਹੈ ਉਹਦੇ ਤੇ ਆਪਾਂ ਬਿੰਦੀਆਂ ਲਗਾਈਆਂ ਨੇ, ਜਿੱਦਾਂ ਆਪਣੇ ਮਾਤਾ ਆਪਣੇ ਘਰੇ ਜਿੱਦਾਂ ਬਿੰਦੀ ਲਗਾ ਦਿੰਦੇ ਨੇ ਨਾ ਮਿਰਰ ਤੇ,
ਉਹ ਚੀਜ਼ਾਂ ਚੱਕਲਾ ਬਿੱਲਾ ਆਪਾਂ ਇੱਕ ਔਰਤ ਨੂੰ ਡਿਪਿਕਟ ਕੀਤਾ ਗਿਆ ਇਹਦੇ ਵਿੱਚ ਪੂਰਾ ਜੀ, ਠੀਕ ਹੈ ਜੀ। ਇਦਾਂ ਹੀ ਦੂਸਰਾ ਜਿੱਦਾਂ ਕਿ ਇਹਦੇ ਵਿੱਚ 12 ਘੰਟੇ ਨੂੰ ਹਟਾ ਕੇ ਆਪਾਂ 8 ਘੰਟੇ ਕੀਤੇ ਹੈ। ਇੱਕ ਆਪਾਂ ਲੇਬਰ ਨੂੰ ਉਹਦੇ ਵਿੱਚ ਡਿਪਿਕਟ ਕੀਤਾ ਵੀ ਬੰਦਾ ਆਪਣੇ 8 ਘੰਟੇ ਦੇ ਵਿੱਚ ਜੋ ਮਤਲਬ ਬਿਨਾਂ ਰੁਕੇ ਕੰਮ ਕਰਦਾ ਹੈ ਨਾ, ਉਹ ਚੀਜ਼ ਦਿਖਾਈ ਗਈ ਹੈ ਡੇਲੀ ਲਾਈਫ ਦੇ ਵਿੱਚ ਨਾ। ਇਹਦੇ ਵਿੱਚ ਆਪਾਂ ਜੋ ਰੋਟੀ ਲਗਾਈ ਹੈ ਤੇ ਨਾਲ ਚੱਪਲ ਹੈ ਜੋ ਘਸੀ ਹੋਈ ਹੈ, ਇਹਦੇ ਵਿੱਚ ਇਹ ਦਿਖਾਇਆ ਗਿਆ ਮਤਲਬ ਰੋਟੀ ਦੇ ਵਿੱਚ ਜੋ ਸੈਕਰੀਫਾਈਸ ਕਰਦੇ ਆਪਾਂ ਡੇਲੀ ਲਾਈਫ ਦੇ ਵਿੱਚ, ਭੱਜ ਦੌੜ ਹੈ ਜੋ ਆਪਣੀ ਰੋਟੀ ਕਰ, ਉਹ ਦਿਖਾਈ ਗਈ ਹੈ। ਜੋ ਤਿੰਨੀ ਚੀਜ਼ਾਂ ਬੇਸ਼ੱਕ ਦੇਖਣ ਨੂੰ ਇਹ ਇੱਕ ਨਵੀਂ ਚੀਜ਼ ਹੈ, ਪਰ ਤਿੰਨਾਂ ਦਾ ਮਤਲਬ ਹੈ ਇੱਕ ਦਿਮਾਗ 'ਚ ਆਈਡੀਆ ਆਇਆ ਕਿਵੇਂ ਹੈ? ਮੇਰਾ ਪਹਿਲਾ ਆਈਡੀਆ ਜੀ ਇਹ ਸੀਗਾ, ਇਹਦੇ ਨਾਲ ਫਿਰ ਮੈਂ ਹੋਰ 2 ਕੰਟੀਨਿਊ ਮਤਲਬ ਜੋੜੇ ਨੇ। ਹਾਂਜੀ, ਇਹ ਸਾਡਾ ਟੀਮ ਵਰਕ ਸੀ ਕਿ ਮੇਰੇ ਨਾਲ ਹੋਰ ਨੇ ਜਿਨ੍ਹਾਂ ਨੇ ਮਤਲਬ ਉਹਨਾਂ ਦੇ ਵਿੱਚ ਆਈਡੀਆ ਤੇ ਮੇਰਾ ਦੋਨਾਂ ਦਾ ਇਕੱਠਾ ਕਰਕੇ ਅਸੀਂ ਫਿਰ ਇਹ ਬਣਾਈ ਆਰਟ ਵਰਕ। ਮੈਂ ਤਾਂ ਖੁਦ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਵੀ ਤਾਂ ਚਲੋ ਕਹਿੰਦਾ ਮੈਂ ਉਹ ਚੀਜ਼ਾਂ ਮਤਲਬ ਇੱਕ ਖੁਦ ਨਾਲ ਵੀ ਹੋਈ, ਮਤਲਬ ਆਪਾਂ ਜੋ ਚੀਜ਼ਾਂ ਦੇਖਦੇ ਆ ਇੱਕ ਮਤਲਬ ਡੇਲੀ ਇਹਨੂੰ ਇਗਨੋਰ ਕਰਦੇ ਆ ਜਿਹਨੂੰ ਆਪਾਂ ਨੂੰ ਨਹੀਂ ਪਤਾ ਲੱਗਦੀ ਨਾ ਉਹ ਚੀਜ਼ਾਂ, ਬਟ ਇਹਦੇ ਵਿੱਚ ਆਪਾਂ ਇਹਨੂੰ ਹਾਈਲਾਈਟ ਕਰਕੇ ਦਿਖਾਇਆ ਗਿਆ। ਸਾਊਂਡ ਵੀ ਇਦਾਂ ਹੀ ਯੂਜ਼ ਕੀਤਾ ਵੀ ਉਹ ਖਿੱਚੇ ਆਪਣੇ ਵਾਲੇ ਲੋਕਾਂ ਨੂੰ, ਉਹ ਤਾਂ ਕਰਕੇ ਵਿੱਚ ਸਾਊਂਡ ਹੋ ਰਿਹਾ ਜੋ ਪਿੱਛੇ ਚੱਲ ਰਿਹਾ। ਤਾਂ ਜਿਹੜਾ ਦੇਖੋ ਜਿਹੜਾ ਪਹਿਲੀ ਜਿਹੜੀ ਚੀਜ਼ ਹੈ ਉਹ ਕਰਦਾ ਵੀ ਕਿਸ ਤਰ੍ਹਾਂ ਇੱਕ ਲੇਡੀਜ਼ ਦੇ ਸ਼ੀਸ਼ਿਆਂ ਦੇ ਉੱਤੇ ਬਿੰਦੀਆਂ ਲਾਉਂਦੀਆਂ ਨੇ, ਪਰ ਜਿਹੜਾ ਕੰਮ ਹੈ ਉਹ ਲੇਡੀਜ਼ ਨੂੰ ਪ੍ਰੈਡਿਕਟ ਕਰਦਾ ਹੈ ਚੱਕਲਾ ਤੇ ਬੇਲਾ। ਦੂਸਰੇ ਪਾਸੇ ਆਉਂਦੇ ਨੇ ਇੱਕ ਲੇਬਰ, ਜਿਹੜਾ ਆਮ ਜਿਹੜਾ ਲੇਬਰ ਹੁੰਦੀ ਹੈ ਕਿਸ ਤਰ੍ਹਾਂ ਉਹ 12 ਦੀ ਜਗ੍ਹਾ 8 ਘੰਟੇ ਦੇ 8 ਘੰਟੇ ਕੰਮ ਕਰਦਾ ਹੈ, ਪਰ ਆਹ ਲੇਬਰਪਨ ਦੀ ਚੀਜ਼ ਹੈ ਕਿਸ ਤਰ੍ਹਾਂ ਸਾਰਾ ਦਿਨ ਕਰਦਾ। ਫਿਰ ਉਸ ਤੋਂ ਬਾਅਦ ਬੰਦਾ ਘਰ ਨੂੰ ਮੁੜਦਾ ਹੈ, ਮਿਹਨਤ ਕਰਨ ਤੋਂ ਬਾਅਦ ਆਹ ਰੋਟੀ ਦਿਖਾਈ ਹੈ ਵੀ ਮਿਹਨਤ ਦਾ ਜਿਹੜਾ ਬੰਦਾ ਰੋਟੀ ਖਾਂਦਾ। ਇਹ ਦੇਖੋ ਇਸ ਵਕਤ ਸੈਕਟਰ 17 ਦੇ ਵਿੱਚ ਹੈ, ਇਹ ਅਲੱਗ-ਅਲੱਗ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ये भी कोई नवी कॉन्सेप्ट है। हाय मैम, हाउ यू एंड व्हाट्स द कॉन्सेप्ट? एक्चुअली एक वीडियो इंस्टॉलेशन है जिसमें हमने लोगों के एक हैबिट को कैप्चर करने की कोशिश करी है कि कैसे वो यूजुअली अनयूजुअली अपने थंब से फ़ोन को स्क्रॉल करने लग जाते हैं, वेदर इट इज़ उनके लिए वो ज़रूरी है या नहीं है, बस इसीलिए हमने ये चीज़ कैप्चर करी है। और इसमें डिफरेंट एक्टिविटीज़ को शो कर रहा है कि जैसे कैसे लोग अलग अलग सिचुएशंस में कैसे फ़ोन को यूज़ करने लग जाते हैं। मतलब अगर उनको नीड है वो तभी नीड है तब तो वो यूज़ करती हैं, बट अगर उनको नीड नहीं है वो तभी उसको मतलब उनकी एक हैबिट बन गई है कि वो अपने पॉकेट से फ़ोन निकालते हैं एंड उसको थंब से स्क्रॉल करने लग जाते हैं। मिलके ये काम करते हैं? हमारी एक टीम थी, हमने मिलके ये वीडियो इंस्टॉलेशन बनाई। कितना टाइम लगेगा? बहुत ज़्यादा वीडियो से क्या कर सकते हैं सर? हमने वीडियो बनाई है, वीडियो और फोटोज उनको ना मतलब फ्रेम वाइज ऐसे सेट करके फिर दिखाया गया है। अराउंड 1 वीक हमने इसको कैप्चर करने में करा है एंड देन 1 वीक इसकी एडिटिंग एंड ऑल सब कुछ करने में गए हैं। बड़ा लंबा कॉन्सेप्ट है वैसे। यस, पूरी मेहनत की गई है इस पे। ਹੋਰ ਤੇ ਦੇਖੋ ਅਲੱਗ-ਅਲੱਗ ਚੀਜ਼ਾਂ, ਹਾਲਾਂਕਿ ਮਾਰਕੀਟ ਦੀ ਗੱਲ ਕਰੀਏ ਤਾਂ ਇਸ ਮਾਰਕੀਟ ਦੇ ਵਿੱਚ ਦੇਖੋ ਜਿਹੜੀ ਚੀਜ਼ਾਂ ਨੇ ਉਹ ਚੀਜ਼ਾਂ ਕਿਸ ਤਰ੍ਹਾਂ ਪ੍ਰੈਡਿਕਟ ਕੀਤੀਆਂ ਗਈਆਂ। ਹੁਣ ਇੱਕ ਆ ਵੀ ਕਨਸੈਪਟ ਹੈ ਤਾਂ ਆ ਦੇਖੋ ਕਿਸ ਤਰ੍ਹਾਂ ਇਸ ਨੂੰ ਅਖਬਾਰ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਮੈਮ ਇਹ ਹੈ क्या चीज़ है? एक्चुअली मुझे नहीं पता ये कि टॉयलेट सेट है तो उस चीज़ में उनको दिखा रखा है जिसका आर्ट वर्क है उससे अपने इमोशंस रिप्रेजेंट करें स्टेप के थ्रू। अलग-अलग चीज़ है और देखो अलग-अलग चीज़ें देखो खासकर इस मार्केट की खासियत ये है कि जिन्ने भी आर्टिस्ट ने और वो शाम ਨੂੰ ਜਿਹੜੇ ਇੱਥੇ ਪਹੁੰਚਦੇ ਨੇ ਅਲੱਗ-ਅਲੱਗ ਇੱਥੇ ਕ੍ਰੀਏਟੀਵਿਟੀ ਦੀ ਚੀਜ਼ਾਂ ਦੇਖੋ ਜਿਹੜੀ ਆਪਾਂ ਗੱਲ ਕਰਦੇ ਹਾਂ ਕ੍ਰੀਏਟੀਵਿਟੀ ਚੀਜ਼ਾਂ ਨੇ ਇੱਥੇ ਇਹ ਲਗਾਉਂਦੇ ਨੇ। ਦੇਖੋ ਹਰ ਇੱਕ ਜਿਹੜੀ ਜਿੰਨੇ ਫਾਈਨ ਆਰਟਸ ਜਿਹਨੂੰ ਕਹਿੰਦੇ ਆ ਹਰ ਇੱਕ ਚੀਜ਼ ਜਿਹੜੀ ਹੈ ਅਲੱਗ-ਅਲੱਗ ਜਿਹੜੀ ਚੀਜ਼ਾਂ ਦਰਸਾਉਂਦੀ ਹੈ। ਇਹ ਫਾਈਨ ਆਰਟਸ ਦੇਖੋ ਦੇਖ ਸਕਦੇ ਹੋ ਅਲੱਗ-ਅਲੱਗ ਜਿਹੜੀ ਕ੍ਰਿਤੀਆਂ ਨੇ। ਹੁਣ ਇਸ ਉੱਤੇ ਵੀ ਆਉਂਦੇ ਦੇਖੋ ਲਗਾਤਾਰ ਅਗਰ ਗੱਲ ਕਰੀਏ ਤਾਂ ਇੱਥੇ ਜਿਹੜੇ ਚੀਜ਼ਾਂ ਇੱਥੇ ਲੋਕੀ ਲੈ ਕੇ ਆ ਰਹੇ ਨੇ ਆਖਰਕਾਰ ਹੈ ਕੀ ਚੀਜ਼ ਹੈ। ਇਹ ਵੀ ਦੇਖੋ ਚੀਜ਼ਾਂ ਨੇ ਜਿਵੇਂ ਲਿਖਿਆ ਹੋਇਆ ਹੈ ਲੜਕੇ ਨਾਮ ਮਹਿਕ ਹੈ 2023 ਇੰਟਰਨਲ ਬੌਂਡ ਮਿਕਸ ਮੀਡੀਆ 8 ਬਾਈ। ਦੇਖੋ ਅਲੱਗ-ਅਲੱਗ ਚੀਜ਼ਾਂ ਵੀ ਇੱਥੇ ਇਹਨਾਂ ਨੇ ਰੱਖੀਆਂ ਹੋਈਆਂ ਨੇ। ਹਾਲਾਂਕਿ ਗੱਲਬਾਤ ਸ਼ੁਰੂ ਕਰਾਂਗੇ ਹੁਣ ਜਿਵੇਂ ਅੱਗੇ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਿਤਾਰ ਪਈ ਹੈ, ਹਾਲਾਂਕਿ ਇੱਕ ਇੰਸਟਰੂਮੈਂਟ ਹੈ। ਹਾਲਾਂਕਿ ਦੇਖੋ ਸਿਤਾਰ ਜਿਹੜੀ ਹੈ ਉਹ ਅਗਰ ਮਿਊਜ਼ੀਕਲ ਇੰਡਸਟਰੀ ਦੀ ਗੱਲ ਕਰੀਏ ਤਾਂ ਸਿਤਾਰ ਨੂੰ ਸਭ ਤੋਂ ਬੜੀ ਜਿਹੜੀ ਇੰਸਟਰੂਮੈਂਟ ਮੰਨਿਆ ਜਾਂਦਾ ਹੈ। ਤਾਂ ਇਹਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਨੂੰ ਜਿਹੜਾ ਲੋਕ ਲਾ ਕੇ ਰੱਖਿਆ ਹੋਇਆ। ਹਾਲਾਂਕਿ ਇਸ ਦਾ ਮਤਲਬ ਇੱਕ ਤਰ੍ਹਾਂ ਡੂੰਘਾ ਮਿਲਦਾ ਹੈ। ਹਾਲਾਂਕਿ ਇਸ ਦਾ ਹੈ ਕਾਰਨ ਕੀ ਹੈ ਉਹ ਵੀ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿਉਂ ਇਸ ਚੀਜ਼ ਨੂੰ ਲੋਕ ਲਾਏ। ਇਸ ਤੋਂ ਇਲਾਵਾ ਅੱਗੇ ਵੀ ਥੋੜਾ ਮੂਵ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਜਿੰਨੇ ਵੀ ਆਰਟਿਸਟ ਨੇ ਉਹ ਇੱਥੇ ਜ਼ਰੂਰ ਪਹੁੰਚੇ ਹੋਏ ਨੇ। ਪਰ ਜਿਸ ਤਰ੍ਹਾਂ ਹੁਣ ਇੱਥੇ ਇੱਕ ਮੈਮ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਇਹ ਚੀਜ਼ਾਂ ਹੈ ਕੀ ਨੇ। ਦੇਖੋ ਪਰ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇੱਥੇ ਲਗਾਈਆਂ ਨੇ। ਹਰ ਰੋਜ਼ ਇੱਥੇ ਜਿਹੜੀਆਂ ਨੇ ਜਿਹੜੇ ਆਰਟਿਸਟ ਨੇ ਉਹ ਇੱਥੇ ਆਉਂਦੇ ਨੇ, ਇੱਥੇ ਪਹੁੰਚਦੇ ਨੇ। ਜਿਵੇਂ ਇੱਥੇ ਚੀਜ਼ਾਂ ਨਾਲ ਉਹ ਵੀ ਗੱਲਬਾਤ ਕਰਾਂਗੇ। मैम क्या चीज़ें हैं यहाँ पे? अच्छा
एक्चुअली हम फाइन आर्ट्स डिपार्टमेंट से और हमारा स्पेशलाइजेशन अप्लाइड आर्ट्स है, तो इसमें हम डिजिटल आर्ट वगैरह करते हैं जो लाइक कमर्शियल हमने जो ये गेम बनाए हैं कमर्शियल आर्ट में काउंट होते हैं। तो ये जितने भी गेम्स आप देख रहे हैं इसकी लाइक पूरी डिज़ाइनिंग, इसका कंसेप्ट जो भी है स्टार्ट से लेके एंड तक हमने किया है। स्टूडेंट्स ने बहुत मेहनत करी एक महीना, और जैसे कि हमें टास्क दिया गया था कि आजकल बच्चे लाइक गेम के थ्रू अलग गेमिंग इंडस्ट्री बहुत डेवलप हो रही है, तो उसको हमने इस लाइक लर्निंग में डेवलप किया। फन विद लर्निंग हमारा कंसेप्ट था। तो NCERT के जैसे कुछ चैप्टर्स होते हैं जो बच्चे लाइक मुश्किल होता है उनको पढ़ने में या फिर उनको दिक्कत आती है, तो वो हमने लेके उसका गेम बनाया है। तो गेम खेलते खेलते वो बच्चे याद करेंगे, तो लाइक एक फन विद लर्निंग है। बाकी ये चीज़ है जो आजकल के जो बच्चे हैं वो फ़ोन पे ज़्यादा कर रहे हैं काम, इस पे ये है क्या, इसको कैसे अगर इसने करना कैसे कि ये 11th क्लास का चैप्टर है लेजिस्लेचर वाला। तो ये जैसे अपन की कंट्री में पॉलिटिक्स बहुत होती है, पॉलिटिक्स में हर किसी को इंटरेस्ट होता है बट नॉलेज बहुत कम होती है लोगों में, तो उस नॉलेज को इसमें बहुत मतलब इनबिल्ड किया है कि एक जनरल नॉलेज लोगों को होनी चाहिए पॉलिटिक्स के रिलेटेड, कि किसको वोट देना चाहिए किसको नहीं देना चाहिए। तो इसमें लाइक इनके कार्ड्स के ऊपर जो डिफरेंट हमारे मंत्री होते हैं उनके बारे में लिखा हुआ है कि क्या आप मेरे को ये बताओगे ये चीज़ें क्या क्या ये अलग अलग कार्ड है, उनका लाइक पावर क्या है कंट्री के अंदर उसके ऊपर बेस्ड है। और जब कह रहे हो कि बच्चे आजकल फ़ोन में लगे रहते हैं, कार्ड गेम पुराने टाइम से चलती आ रही है, आज भी लोग खेलते हैं, जैसे कि ऊनो गेम है, लोग आज भी मज़े लेके खेलते हैं। वैसे ही हमने गेम डिज़ाइन किया है। कार्ड गेम हमेशा लोगों को जोड़ने का काम करती है, इसमें मतलब मज़ा भी आता है, लोग सीखेंगे भी सही। बात तो कहीं ना कहीं आज की जो युवा पीढ़ी है वो फ़ोन की वजह से कहीं ना कहीं अपने परिवार से या दोस्तों से कहीं ना कहीं टूट चुकी है। हाँ, वो होता है, आजकल सब अपने फ़ोनों में लगे रहते हैं, बट वो ये उनको जोड़ने का काम आज भी गेम करता है। आज भी बात हो चुकी है। हाँ, शुरुआत हो चुकी है। आज भी लोग क्रिकेट बैठ के देखते हैं ना, वो भी एक गेम ही है। वैसे ये भी एक गेम है। पहले लोग कैरम खेलते थे बैठ के, वैसे पहले ताश भी, अभी भी ताश चलता है, लोग खेलते हैं, वैसे हमने ये गेम बनाया है। कितने पुरानी चीज़ों ਨੂੰ ਉਹ ਲੈ ਕੇ ਇੱਥੇ ਪਹੁੰਚੇ ਨੇ। ਇਸ ਤੋਂ ਅੱਗੇ ਨੇ ਹੋਰ ਵੀ ਗੱਲਬਾਤ ਕਰਾਂਗੇ। ਸਰ ਇੱਥੇ ਮੌਜੂਦ ਨੇ रजत ये है क्या चीज़ है, किस चीज़ में है बनी है, कि कंसेप्ट क्या था? ये कंसेप्ट है, ये ना वेस्ट मटेरियल से मैंने पूरा सब चीज़ वेस्ट है। अच्छा। जो कबाड़े में पड़ी रहती है उस चीज़ों को ये रिप्रेजेंट करता है स्लम एरियाज़ को, जिससे उनकी लाइफ बेचारे वेस्ट चीज़ों से बन के वो अपनी लाइफ को जीते हैं। तो मैंने इसको थोड़ा क्लीनली वे से दिखाया है, क्योंकि मेरे को ऐसा लगता है कि स्लम एरियाज़ में जो उनके नीड्स, जो उनके वांट्स है वो तो पूरे नहीं हो पाते, बल्कि उनकी बेसिक नीड्स पूरी हो पाएँ, जैसे कि जो कि बेसिक क्लीनलीनेस है या वाटर है, वो सारी चीज़ें एक उनको एक प्रॉपर एक हाइजीन लाइफ मिल पाए। तो आपने ये जो बनाया मॉड्यूल ये है स्लम एरिया का, बाकी कहीं ना कहीं आप लोगों को भावनाओं को भी समझते हो कि आखिरकार है क्या उस स्लम एरिया। चलो मैं बेसिक चीज़ पूछूंगा, अमीर और गरीब हर एक विषय में होते हैं, लेकिन एक स्लम एरिया वाला क्या फील करता है? कभी आया, कभी घूमते फिरते, कभी सोचा? सर मैं 2022 में जब अपने कैंसर से सफ़र कर रहा था, तब मैंने स्लम एरियाज़ में जाके काम करना शुरू। आप कैंसर पेशेंट थे? ओके, तब मैंने स्लम एरियाज़ में जाके काम करना शुरू किया था। देन मैंने वहाँ की लाइफ देखी। वो लोग मेरे को ऐसा लगता है कि जो लोग रिच होते हैं उनसे ज़्यादा उनका दिल कामनेस और प्यार से भरा हुआ होता है। मे बी शायद उनका कुछ लाइफ की जो चीज़ें वो गलत रास्ते पे होती है, बट उनका जो लाइफ है वो बहुत प्योर होती है, तो मैंने उसको रिप्रेजेंट किया। तो आपने जो देखा वो यहाँ पे हाजिर की, इफेक्ट किया। तो कैंसर पेशेंट भी थे? मैं अभी ठीक हो चुका हूँ, बट वो जर्नी मेरे लिए बहुत मुश्किल थी, तो मैंने ये अपनी सारी मुश्किलों को पार करके मैं यहाँ पे आऊँ। मेरी एक न्यू लाइफ है, तो बस मैं उस लाइफ को एक अच्छी तरीके से जीना चाहता हूँ। जितने गरीब और जितने ट्रांसजेंडर लोग हैं, फिर जो सेक्स वर्कर वुमेन से, मैं उनके लिए काम करता हूँ ऐसा एक, तो फिर मैं उनको उनकी लाइफ को ऐसे जो वहाँ पे रहते हैं वो उसको रिप्रेजेंट। विश यू ऑल द बेस्ट फॉर द नेक्स्ट जर्नी। तो अगे भी दिखावांगे इस तो अलग अलग चीज़ा पे ने इधर मैम खड़ी नहीं तो मैम आपका कौन सा प्रोजेक्ट है और क्या चीज़ प्रोडिक्ट करती है? ये जैसे हम एस्केप चाह रहे होते हैं हमारी डेली स्ट्रेसफुल लाइफ में, आजकल हमें बिल्कुल टाइम नहीं मिलता है खुद के लिए, तो दिस इज़ लाइक अ प्लेस दैट आई वुड लव टू गो टू एस्केप नेचर में, सो दैट्स द आइडिया बिहाइंड इट। तो ये सारा नेचर को कहाँ से हो आप और कौन सी यूनिवर्सिटी? आई एम फ्रॉम लुधियाना, आई स्टडी इन चंडीगढ़ यूनिवर्सिटी and my name is Ramanpreet Kaur. So how you feel जैसे आज ये शुरू किया गया आर्ट, तो किस तरह फील होता है जब ऐसी चीज़ें आप फाइन आर्ट जा रहे जब बाहर आते हैं तो किस तरह का लगता है? It feels really exciting. जैसे art is like expression. So like we are finally able to express ourselves in front of people.
एंड स्पेशली व्हेन वी गेट अ लॉट ऑफ फीडबैक्स, तो वो चीज़ बहुत अच्छी लगती है. लाइक बेसिकली आर्ट का पॉइंट ये होता है कि लोग उसको देखें और उससे रिलेट कर पाएँ, एंड व्हेन दैट हैपन्स इट फील्स सो गुड. ਥੈਂਕ ਯੂ। ਤਾਂ ਦੇਖੋ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਇੱਥੇ ਲੈ ਕੇ ਪਹੁੰਚੇ ਹੋਏ ਨੇ, ਤਾਂ ਇਹ ਚੀਜ਼ਾਂ ਜਿਹੜੇ ਅੱਜ ਇੱਥੇ ਸ਼ੁਰੂ ਕੀਤਾ ਲੈ ਕੇ ਪਹੁੰਚੇ ਹੋਏ ਨੇ, ਤਾਂ ਆਰਟਸ ਨੂੰ ਲੈ ਕੇ ਜਿਹੜਾ ਅੱਜ ਆਰਟਸ ਨੂੰ ਲੈ ਕੇ ਜਿਹੜਾ ਸੈਕਟਰ 17 ਦੇ ਇਸ ਮਾਰਕੀਟ ਦੇ ਵਿੱਚ ਹਰ ਇੱਕ ਜਿਹੜਾ ਆਰਟਿਸਟ ਉਹ ਆਪਣਾ ਆਰਟ ਜਿਹੜਾ ਹੈ ਉਹ ਅਲੱਗ-ਅਲੱਗ ਚੀਜ਼ਾਂ ਦੇ ਨਾਲ ਦਿਖਾ ਰਿਹਾ ਹੈ। ਇੱਕ ਆਰਟਿਸਟ ਕਿਆ ਕੁਝ ਚੀਜ਼ਾਂ ਬਣਾ ਸਕਦਾ ਹੈ, ਤਾਂ ਪਬਲਿਕ ਨੂੰ ਦਿਖਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਇੱਕ ਤਾਂ ਹੌਸਲਾ ਵੱਧਦਾ ਹੈ, ਦੂਸਰਾ ਉਹਦਾ ਆਰਟ ਦੀ ਜਿਹੜੀ ਹੈ ਉਹ ਸ਼ਲਾਘਾ ਕੀਤੀ ਜਾਂਦੀ ਹੈ। ਮੇਰੇ ਸਹਿਯੋਗੀ ਸੁਰਿੰਦਰ ਨਾਲ ਮੈਂ ਅਭਿਸ਼ੇਕ ਰਿਆਸਤ।